सतनाम श्री वाहिगुरु साहिब जीओ। धन गुरु गरीब निवास इको ओंकार सतनाम करता पुरख निरभौ निर्वैर अकाल मूरत अजूनी सैभं गुर प्रसाद। कृपा करो दीन के दाते मेरा गुण अवगण ना विचारो कोई। माटी का क्या धोपै स्वामी मानस की गत एही। गुर की मूरत मन में ध्यान गुर के शब्द मंत्र मन मान। गुर के चरण हृदय लै धारो गुर पार ब्रह्म सदा नमस्कारो। मत को भरम भुलै संसार गुर बिन कोई ना उतरस पार। भूले को गुर मार्ग पाया अवर त्याग हर भगति लाया। जन्म मरण की त्रास मिटाई गुर पूरे की बेअंत वडाई। हर हर तेरा नाम है दुख मेटन हारा। गुर सेवा ते पाइयै गुरमुख निस्तारा। जो हर नाम ध्याएंदे ते जन परवाना। तिन विटों नानक वारिया सदा सदा कुर्बाना। बेशुमार अथाह अगंत अतुलै ज्यों बुलावो त्यों नानक दास बोलै। ज्यों बुलावो त्यों नानक दास बोलै। जुगो जुग अटल चबर छतर तख्त दे मालक हाजर नाजर सतगुरु दीन दुनींदे पातशाह लोक प्रलोक दे राखे बेअंत बख्शिशां दे भंडार ज्ञान दे अगमी सागर सरब सांझी वालता दे प्रतीक दसां पातशाहियां प्रमाणिक भगतां सतिकारत भट्टां ते गुरसिखां दे सरूप राजियां दे राजे महाराजियां दे महाराजे गुरुआं दे गुरु जागत जोत समर्थ गुरुदेव शब्द गुरु तन 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 सतगुरु साहिब श्री गुरु ग्रंथ साहिब जी महाराज जिन्हां दी पावन पाक पवित्र हजूरी अंदर गुरुद्वारा श्री गुरु सिंह सभा साहिब विखे हो रहे सालाना गुरमत समागम दुख निवारण कैंप जाप ताप
ਦੀਵਾਨਾਂ ਦੀਆਂ ਆਪ ਹਾਜ਼ਰੀਆਂ ਭਰ ਕੇ ਗੁਰੂ ਬਖਸ਼ਿਸ਼ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਵਡਭਾਗੇ ਹੋ ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਸਾਨੂੰ ਬਖਸ਼ਿਆ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਵਡਭਾਗੀ ਹਰ ਸੰਗਤ ਪਾਵੈ ਪਾਗਹੀਨ, ਭ੍ਰਮ ਝੂਟਾਂ ਖਾਵੈ ਬਿਨ ਭਾਗਾਂ। ਸਤ ਸੰਗ ਨਾ ਲੱਭੈ ਬਿਨ ਸੰਗਤ, ਮੈਲ ਭਰੀਜਾ ਜੀਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖ ਜਗਤ ਨੂੰ ਵੱਡੀ ਦਾਤ ਦਿੱਤੀ ਹੈ ਸਤ ਸੰਗਤ ਦੀ। ਸਤ ਸੰਗਤ ਉਹ ਜਿੱਥੇ ਇਸ ਜੀਵ ਦੀ ਸੁਰਤ ਰੱਬ ਨਾਲ, ਸ਼ਬਦ ਨਾਲ, ਗੁਰੂ ਨਾਲ ਜੁੜਦੀ ਹੈ। ਸਤ ਸੰਗਤ ਉਹ ਜਿੱਥੇ ਅਸੀਂ ਆਪਣੇ ਆਦ ਵਿਆਦ ਉਪਾਦ ਦੁੱਖਾਂ ਤੋਂ ਨਿਜਾਤ ਪਾਉਂਦੇ ਹਾਂ। ਸਤ ਸੰਗਤ ਉਹ ਜਿੱਥੇ ਸਾਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਤ ਸੰਗਤ ਉਹ ਜਿੱਥੇ ਹਰ ਤਰ੍ਹਾਂ ਦਾ ਵੈਰ ਵਿਰੋਧ, ਬੁਰਾ ਭਲਾ, ਊਚ ਨੀਚ ਦਾ ਵਿਤਕਰਾ ਮਿਟ ਜਾਂਦਾ ਹੈ। ਸਤ ਸੰਗਤ ਜਿੱਥੇ ਨਾ ਕੋ ਦੁਸ਼ਮਣ ਦੋਖੀਆ, ਨਾ ਹੀ ਕੋ ਮੰਦਾ ਦੀ ਭਾਵਨਾ ਪੈਦਾ ਹੁੰਦੀ ਹੈ। ਆਓ ਗਰੀਬ ਨਿਵਾਜ਼ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕੀਤੀ ਹੈ, ਜੋ ਸਾਨੂੰ ਆਪਣੀ ਹਯਾਤੀ ਵਿੱਚ ਇਸ ਸਾਲ ਦਾ ਸਾਲਾਨਾ ਗੁਰਮਤਿ ਸਮਾਗਮ ਵੇਖਣ ਦਾ, ਮੰਨਣ ਦਾ, ਸੁਣਨ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਪਿਛਲੇਰੇ ਸਾਲ ਵਿੱਚ ਨਜ਼ਰ ਮਾਰੋ, ਬਹੁਤ ਸਾਰੇ ਸੱਜਣ, ਕੁਝ ਰੂਹਾਂ, ਕੁਝ ਸੰਗਤਾਂ ਐਸੀਆਂ ਹੋਣਗੀਆਂ ਜੋ ਪਿਛਲੇ ਸਾਲ ਸਨ ਪਰ ਇਸ ਸਾਲ ਨਹੀਂ ਰਹੇ। ਹੋ ਸਕਦਾ ਉਹਨਾਂ 'ਚ ਕੁਝ ਬਹੁਤ ਭਾਵਨਾ ਨਾਲ ਸੇਵਾ ਕਰਨ ਵਾਲੀਆਂ ਰੂਹਾਂ ਹੋਣ, ਕੋਈ ਬਹੁਤ ਪਿਆਰੇ ਸਤਸੰਗੀ ਹੋਣ, ਕੋਈ ਸ਼ਬਦ ਨਾਲ ਜੁੜੀ ਹੋਈ ਰੂਹ ਹੋਵੇ, ਕੋਈ ਰੱਬ ਦੇ ਪਿਆਰ ਵਿੱਚ ਭਿੱਜੀ ਹੋਈ ਰੂਹ ਹੋਵੇ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੀਦਾ, ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਹਯਾਤੀ ਬਖਸ਼ੀ ਹੈ, ਜੀਵਨ ਬਖਸ਼ਿਆ, ਇਹ ਸਮਾਂ ਬਖਸ਼ਿਆ, ਸੰਸਾਰ ਦੇ ਜੰਜਾਲਾਂ ਝਮੇਲਿਆਂ 'ਚੋਂ ਕੱਢ ਕੇ ਆਪਣੇ ਚਰਨਾਂ ਵਿੱਚ ਜੁੜ ਮਿਲ ਬੈਠਣ ਦਾ ਇਹ ਸੁਭਾਗ ਸਾਨੂੰ ਬਖਸ਼ਿਆ। ਅਸੀਂ ਕੋਟਾਨ ਕੋਟ ਸ਼ੁਕਰ ਕਰਦੇ ਹਾਂ। ਆਓ, ਆਪ ਜੀ ਬੜੇ ਲੰਮੇ ਸਮੇਂ ਤੋਂ ਬੈਠੇ ਹੋ, ਸਵੇਰ ਤੋਂ ਵੀ ਹਾਜ਼ਰੀਆਂ ਭਰ ਰਹੇ ਹੋ, ਤਕਰੀਬਨ ਪਿਛਲੇ 4-5 ਦਿਨ ਤੋਂ ਸਮਾਗਮ ਚੱਲ ਰਿਹਾ ਹੈ। ਵੀਰ ਜੀ ਹੋਰੀ ਦੱਸ ਰਹੇ ਸਨ ਕਿ ਅੱਜ ਸਮਾਪਤੀ ਹੈ, ਤੇ ਸਮਾਪਤੀ ਦੇ ਨਾਲ ਨਾਲ ਜੋ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਉਹ ਹੈ ਅੰਮ੍ਰਿਤ ਸੰਚਾਰ ਦਾ। ਅੰਮ੍ਰਿਤ ਸੰਚਾਰ ਜੋ ਕਿਸੇ ਸਮਾਗਮ ਦਾ ਨਿਚੋੜ ਹੁੰਦਾ ਹੈ, ਇਹ ਕੇਵਲ ਇਸ ਸਮਾਗਮ ਦਾ ਹੀ ਨਿਚੋੜ ਨਹੀਂ ਹੈ। ਜਦੋਂ ਪਿਛਲਾ ਸਮਾਗਮ ਸੰਪੂਰਨ ਹੋਇਆ, ਪਿਛਲੀ ਵਾਰ ਤੁਸੀਂ ਅੰਮ੍ਰਿਤ ਸੰਚਾਰ ਕੀਤਾ, ਉਦੋਂ ਤੋਂ ਬਾਅਦ ਵੀ ਅਸੀਂ ਯਤਨਸ਼ੀਲ ਰਹਿੰਦੇ ਹਾਂ, ਥੋੜ੍ਹੀ ਥੋੜ੍ਹੀ ਪ੍ਰੇਰਨਾ ਦਿੰਦੇ ਰਹਿੰਦੇ ਹਾਂ। ਕੁਝ ਸੱਜਣ ਜੁੜਦੇ ਨੇ, ਬਚਨ ਬਿਲਾਸ ਹੁੰਦੇ ਨੇ, ਫਿਰ ਅਸੀਂ ਪ੍ਰੇਰਨਾ ਦਿੰਦੇ, ਕੁਝ ਸੁਣਦੇ, ਸੁਣਾਉਂਦੇ, ਸਮਝਦੇ ਇਸ ਸਮਾਗਮ ਤੱਕ ਪਹੁੰਚਦੇ ਹਾਂ। ਤਾਂ ਇਹ ਪੂਰੇ 1 ਸਾਲ ਦੀ ਮਿਹਨਤ ਵੀ ਹੁੰਦੀ ਹੈ, ਉਹਨਾਂ ਪ੍ਰਬੰਧਕਾਂ ਦੀ, ਉਹਨਾਂ ਨੌਜਵਾਨਾਂ ਦੀ, ਉਹਨਾਂ ਸੁਸਾਇਟੀਆਂ ਦੀ, ਜੱਥੇ ਦੀ, ਸੇਵਕਾਂ ਦੀ। ਅਸੀਂ ਅੰਮ੍ਰਿਤ ਸੰਚਾਰ ਵਿੱਚ ਕਿੰਨੇ ਕੁ ਸੱਜਣਾਂ ਨਾਲ ਜੁੜ ਸਕੇ ਹਾਂ। ਸ਼ਾਇਦ ਮੇਰੇ ਖਿਆਲ ਨਾਲ ਅੰਮ੍ਰਿਤ ਸੰਚਾਰ ਚੱਲਦਾ ਹੋਣਾ ਹਲੇ। ਗੁਰੂ ਮਿਹਰ ਕਰੇ ਜਿਨ੍ਹਾਂ ਦੇ ਵੀ ਭਾਗ ਜਾਗਣਗੇ, ਜਿਨ੍ਹਾਂ ਦਾ ਕੋਈ ਕਰਮ ਫਲੀਭੂਤ ਹੋਏਗਾ, ਜਿਨ੍ਹਾਂ ਤੇ ਬਹੁਤ ਵੱਡੀ ਰਹਿਮਤ ਹੋਏਗੀ, ਉਹ ਅੱਜ ਇਸ ਗੁਰੂ ਨਾਨਕ ਨਾਮ ਦੇ ਖੰਡੇ ਬਾਟੇ ਦੀ ਪਹੁਲ ਲੈ ਕੇ ਸ਼ਬਦ ਦੇ ਜਾਜੇ ਚੜ੍ਹਨਗੇ। ਆਓ, ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ। ਬਹੁਤ ਹੀ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਹੋਰਾਂ ਦੇ ਜੱਥੇ ਪਾਸੋਂ 10 ਨੂੰ ਹੁਕਮ ਹੋਇਆ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸੇਵਾ ਨਿਭਾਉਣ ਦਾ। ਸਤਿਗੁਰੂ ਦੀ ਵਡਿਆਈ ਸਤ ਸੰਗਤ ਅਗਾਧ ਬੋਧ ਹੈ। ਇਹ ਸਾਡੇ ਸੰਸਾਰੀ ਜੀਵਾਂ ਦੇ ਵਸ ਦੀ ਗੱਲ ਨਹੀਂ ਹੁੰਦੀ ਕਿ ਅਸੀਂ ਸਤਿਗੁਰੂ ਦੀ ਵਡਿਆਈ ਨੂੰ ਕਦੀ ਵੀ ਸੰਪੂਰਨ ਰੂਪ ਵਿੱਚ, ਕੰਪਲੀਟਲੀ ਰੂਪ ਦੇ ਵਿੱਚ ਬਿਆਨ ਵਰਣਨ ਕਰ ਸਕੀਏ। ਇਸ ਲਈ ਇੱਕ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਗੁਰੂ ਸਾਹਿਬ ਸਾਡੇ ਤੁਹਾਡੇ ਰਾਹੀਂ ਵਰਤ ਕੇ ਕੁਝ ਵਿਚਾਰਾਂ ਦੀ ਦਾਤ ਸਾਨੂੰ ਬਖਸ਼ਦੇ ਨੇ, ਉਹਨਾਂ ਨੂੰ ਸੁਣਨ, ਸਮਝਣ ਤੇ ਉਹਨਾਂ 'ਤੇ ਚੱਲਣ ਦੇ ਆਪਾਂ ਯਤਨਸ਼ੀਲ ਹੋਈਏ, ਤਾਂ ਕਿ ਇਹਨਾਂ ਸਮਾਗਮਾਂ ਵਿੱਚ ਸਾਡਾ ਆਉਣਾ, ਮਿਲ ਬੈਠਣਾ, ਸੁਣਨਾ ਤੇ ਸੁਣਾਉਣਾ ਸਫਲ ਹੋਵੇ। ਬੇਨਤੀ ਕਰੀਏ ਕਿ ਗਰੀਬ ਨਵਾਜ਼ ਤੁਸੀਂ ਆਪ ਹੀ ਮਿਹਰ ਕਰੋ, ਬਖਸ਼ਿਸ਼ ਕਰੋ, ਵਿੱਚ ਵਰਤੋ, ਆਪਣੇ ਅਗੰਮੀ ਬਚਨਾਂ ਦੀ ਵਿਚਾਰ ਆਪ ਕਰਵਾ ਲਓ, ਸਾਨੂੰ ਕਹਿਣ, ਸੁਣਨ, ਸਮਝਣ ਦੀ ਸਮੱਤ ਪ੍ਰਦਾਨ ਕਰੋ। ਕੋਈ ਬਚਨ ਸਾਡੇ ਹਿਰਦਿਆਂ 'ਚ ਵਸ ਜਾਏ, ਸਾਡਾ ਸੁਣਨਾ ਸੁਣਾਉਣਾ
सफल हो जाए। बनाओ एकाग्रता, दोए कर जोर, सतगुरां दे चरनां अंदर बड़े प्यार अदब सत्कार सहित झुकाओ शीस, दास नूं बख्शो असीस। इक्को बार कहण ते बुलंद आवाज़ विच आखो जी वाहिगुरू जी का खालसा वाहिगुरू जी की फतेह। वैसे जिन्नी को संगत बैठी है, फतेह का जवाब बहुत ढिला है। कदी कदी मैनूं एहसास हुंदा है भी साडी कौम फतेह बुला के थक गई है। आखो सतनाम श्री। असल च असीं फतेह बुलाउने इन्ने सोचते भी इन्हां दा ते रोज़ दा ही काम किन्नी को बुलाई जाइए। देखो प्यारे, दो शब्द हुंदे ने, मातावां भैणां तुसीं जरूर ध्यान दिओ। एक हुंदा थक जाना, दूजा हुंदा अक जाना। जे थक गए हो कोई गल नहीं, थके हुए का इलाज है। थोड़ा आराम कर लोगे, कुछ छक लोगे, लत्तां सीधियां करांगे, फिर असीं रिलैक्स होकर बैठ सकते हैं। पर जिस गल तो जिस कर्म तो अक गए हो, अके हुए का कोई इलाज नहीं होता। बंदा अक ही गया तो असीं रोज़ पढ़ते हैं ना, राज करेगा खालसा अक ही रहे ना कोई। इसका अर्थ की है कि जेड़ा ते खालस है, खालस खालस का अर्थ है खालस, प्योर, जिहदे विच कोई मैल नहीं, जो सीधा रब नाल जुड़िया है, उहदा ते राज वो करेगा नहीं, असल जो कर रहा वह हमेशा ही हुंदा है। पर कहते एक बेनती है भी सच्चे पातशाह अक ही कोई रहना ही नहीं चाहिए। जो धर्म तो अक गया, गुरु तो अक गया, शब्द तो अक गया, बाणी तो ही अक गया, कहते वो कोई भी ना रह जाए। तो जे तो थक गए तो कोई गल नहीं, जे अक गए फिर मैं भी कुछ नहीं कर सकता। तो जे थके भी नहीं, अके भी नहीं, फिर वो फतेह बुलाओ भी जलालाबाद में तो पता लगे ना भी समागम चलता है। फिर करो कृपा, इधरों भी आवाज आओ, वाहिगुरू जी का वाहिगुरू जी की फतेह। बहुत बहुत धन्यवाद। दुख निवारण कैंप, असल च सारी बाणी साडे दुखों का ही निवारण करती है। सारी बाणी महाराज ने जपजी साहब के आरंभ के विच सानू लिख दिता सी, बंदिया ये दुख सुख हुक्म दे विच आ रहे ने, ते जिस दिन तू गुरु के हुक्म विच चल पाएगा तो इन्हां तो निजात पा जाएगा। हुक्मी उत्तम नीच, हुक्म लिख दुख सुख पाई है। एक ना हुक्मी बख्शीश, एक हुक्मी सदा पवाई है। खेड की वरत रही है, कहते हुक्म है अंदर सबको, बाहर हुक्म ना कोए। ते असीं की करना है, नानक हुक्म है जे बुझै ता हौमै कह ना कोए। कहते जिसने हुक्म बुझ लिया वो हौमै तो भी बच गया, वो दुखों तो भी बच गया। सतगुरु नानक देव महाराज ने कृपा की, उन्होंने संसार का भ्रमण किया। वीर जी होरी बेनती कर रहे हैं, इशारा ही समझ लईदा हुंदा भी, वो कहते हैं खाली जगह में अगे आ जाओ। इशारा ही समझ लईदा सियाणे बंदे का, उन्हों का उपराला है कि आपां नेड़े होकर बैठिए। धन्यवाद। आकले राह इशारा काफ़ी असत, समझदार नूं इशारा काफ़ी है। असल जे भी समस्या कई थां ते वेखी है, धार्मिक समागमां च लोग मत्था टेक के पिछे जाके बैठते हैं। विआह शादी फंक्शन पार्टियां सिनेमा लोग फ्रंट की सीट बुक करते हैं भी किते कोई सीन कोई ऐसा प्रोग्राम कोई निकल ना जाए, कोई गीत गाना डांस मिस ना हो जाए, सब तो मूहरे तो सब तो पहला जाइए। तो इत्थे तो तुसीं बैठे हो, मैं तो हैरान हाँ भी सवेर की संगत बैठी है। नहीं हुण बहुत बारी चलो गुरु साहब ने सानू सेवा ही बख्शी है। बहुत समागमां ते जाईदा, संगत उदों आउंदी है जदों राम कली महला तीजा आनंद साहब पढ़िया जाता है। तो फिर कई फोन करके आउंदे, भाई साहब लंगर की बनिया तो कदों चलना है। आखो सतनाम श्री। उन्होंने कहा भी लंगर ही सिख ने, क्योंकि लंगर ही छकना उन्होंने बेचारिया ने। तो ये भी एक बड़ी बड़ी किरपा है। ये मैनू लगता भी तुहाडी 35-40 साल की मेहनत बोल रही है कि तुसीं लगातार बैठे हो, सवेर तो बैठे हो तो पिछले कई दिन तो जुड़े हो। ये प्यार तुहाडे अंदर बरकरार रहे, गुरु मेहर करे। सतगुरु नानक देव महाराज जी ने साडे संसार की झोली विच जिहड़ी सब तो कीमती ते अनमोल दात पाई है, वो की है? तो सानू लेना की चाहिए गुरु तो? हुण एक चीज़ तुसीं सोचिओ, आपां सारे सिख हाँ, सारे सिख गुरु को आउंदे हाँ। साडियां रोज़ाना गुरु को आके कुछ बेनतियां अरज़ोइयां, उन्हां विच कुछ डिमांड्स कुछ मंगां बहुत कुछ हुंदा है।
तो सानू सब नूं पता भी साडियां बेनतियां अरदासां रजोइयां की ने। असी लैना की सी, लै की रहे हैं, ये थोड़ा जिहा फर्क समझण की कोशिश करियो। जदों बाणी पढ़ते हाँ महाराज कहते ने विण तुद होर जे मंगना सिर दुखां कै दुख। वो दुख तो हुण साडे सारिਆਂ कोल आ गए, इसलिए तुहानूं कैंप का इस समागम का नाम भी रखना पिया दुख निवारण कैंप। इसका अर्थ एक गल स्पष्ट हो गई भी सतगुरु असी जो मंगना सी वो मंगिया नहीं, तो जो मंगे उन्हें दुख पैदा कर दिते। हुण एक गल होर ध्यान विच रखियो, फिर ये नहीं भी एक इलाके के लोग दुखी ने, एक शहर के लोग दुखी ने, दूजे सुखी ने, एक कौम दुखी है दूजी सुखी है, एक देश दुखी है दूजा दुखी है। नहीं, महाराज कहते एक सिट्टा सारियां दा कढ़िया, नानक दुखिया सब संसार। दुखों में सारा संसार घिरिया होया है। गरीब ते दुखी है, अमीर भी दुखी है, काला ते दुखी है, गोरा भी दुखी है, टिकिया होया दुखी है, भजन वाला भी दुखी है, देसी ते दुखी है, विदेशों च बैठे लोग भी दुखी ने। दुख कित्थे नहीं है, दुख व्यापक है, दुख व्यापक है। क्योंकि जिहड़ी संसार है, ये दुनिया, ये जगत है, ये माया का रूप है। तो माया दे विच एक पासा सुख का हुंदा, दूजा नाल दुख का भी हुंदा है। पर जिहड़ा नाम हुंदा उत्थे केवल सुख हुंदे, उत्थे दुख हुंदा ही नहीं। आखो सतनाम श्री, उत्थे दुख नहीं हुंदा। गुरु नानक साहब ने किरपा की, उन्होंने सानू संसार के जंजालों में भटकते हुए, फसे हुए, भरमदे हुए लोगों को उन्होंने एक अनमोल कीमती दात दी और ये सबनों इक्वल दी, बराबर वंडी, वितकरा नहीं रखा। और जे सिक्खी च वितकरा होने लग जाए, गुरु नानक के घर च वितकरा हुंदा, तो फिर अज सिक्खी पूरे वर्ल्ड में ना छांदी, अज पूरी दुनिया दे विच तुहाडे निशान ना झुलदे। इहदी सब तो वड्डी जिहड़ी पिछे कला वरतदी है, वह है वंड छको। सब कुछ बराबर, सारियां नाल बराबर है। सतगुरु ने सब तो वड्डी ते सारियां नाल सांझी दात जो वंडी, जो दिती, वह है शब्द, वह है बाणी। तुसीं गुरु साहब का इतिहास पढ़ो। महाराज जिथे भी गए ने, समस्या कोई है, प्रॉब्लम कोई है, केस किसी तरह का, सामने बंदा कोई है। पंडित जी बैठे ने, काजी साहब बैठे ने, मौलाने बैठे ने, नवाब बैठा है, बाबर बैठा है, कोई पिंगला बैठा है, कोई कोड़ी बैठा है, सारियां नूं इक्को दात दे रहे ने, वो है बाणी। गुरु, गुरु है बाणी, विच बाणी अमृत सारे, गुर बाणी कह सेवक जन मानै, प्रतख गुरु निस्तारे। वो बाणी जिन्हों सिद्धा नाल मिल के महाराज ने बचन आखे सन, शब्द गुरु सुरत तुन चेला। ये शब्द ते बाणी की दात महाराज ने सारियां दी झोली च पाई। दुख किसी भी तरह का होवे, इलाज इक्को ही है, सर्व रोग का औखद नाम। हुण आपां ये वेखीए भी महाराज तुसीं ते बहुत वड्डी दात बाणी दी, नाम दी, शब्द दी साडी झोली च पा दित्ती है। इस दात नाल, इस खजाने नाल सानू निवाजिया सी, पर असी ते इस नाम दे खजाने नूं छड्ड के कई थां ते भटक गए। जिहड़ा बंदा खजाने नूं छड्ड के भटकदा है ना, साध संगत नूं अभागा मन्निया जांदा है। मेरी एक निक्की जी घटना है, वो सानू शायद जगा दे, साडी सुरत नूं जगा दे, सानू गुरु दे नेड़े कर दे। दो तरह की नेड़ता होंदी है साध संगत। एक होंदी है फिजिकली, शरीरक नेड़ता, जिवें कि असीं आपां सारे हुण शरीरक तौर पर गुरु साहब की हजूरी ते नेड़े बैठे हाँ। एक होंदी है अध्यात्मिक नेड़ता, मन की नेड़ता, सुरत करके नेड़े होना। कुछ सज्जन, कुछ संगतां, कुछ परिवार हो सकता है दूर होण, घर च होण, दूजे शहर होण, विदेश च बैठे होण, पर उन्हों का ध्यान, उन्हों की सुरत कित्थे है कि साडे इलाके च समागम चल रहा है, उत्थे बाणी का प्रवाह चल रहा है, उत्थे सेवा चल रही है, उत्थे दीवान लग्या है, पर असीं दूर हाँ, उन्हों का ध्यान इत्थे है, वो मन करके हाजिर ने। ध्यान विच रखियो, उन्हों की भी हाज़री लग रही है। वो हाज़री बहुत जरूरी है, उन्होंने बहुत जरूरी समझना है। सतगुर सच्चे पातशाह महाराज ने कृपा की, उन्होंने सानू नाम नाल, शब्द नाल निवाजे। जिहड़ी मैं बेनती कर लगा भी खजाना बड़ा वड्डा दिता, पर कई बारी की हुंदा खजानियां दे मालिक भी भटक जाया करते हैं। कहते एक भिखारी सी, वो बेचारा सारी उम्र भीख ही मंगता रहा। जवानी च कोई रोग लग गया, भिखारी बन गया, भीख मंगी, बुढ़ापा आ गया, भीख मंगी,
ਭੀਖ ਮੰਗਦਿਆਂ ਮੰਗਦਿਆਂ ਬਹੁਤ ਵੱਡੀ ਉਮਰ 'ਚ ਉਹਦੇ ਪ੍ਰਾਣ ਨਿਕਲ ਗਏ। ਸਾਰੀ ਉਮਰ ਉਹਨੇ ਇੱਕੋ ਹੀ ਜਗ੍ਹਾ ਤੇ ਬਹਿ ਕੇ ਭੀਖ ਮੰਗੀ, ਇੱਕੋ ਜਗ੍ਹਾ ਤੇ ਕਿਸੇ ਦਾ ਕਿਰਤ, ਕੋਈ ਕੰਮ, ਕੋਈ ਦੁਕਾਨ, ਕੁਝ ਵੀ ਹੋਵੇ, ਅਕਸਰ ਉਸ ਇਲਾਕੇ ਦੇ ਰਾਹਗੀਰਾਂ ਨਾਲ ਅਕਸਰ ਪਿਆਰ ਪੈ ਜਾਂਦਾ, ਸਾਰੇ ਜਾਣਨ ਲੱਗ ਜਾਂਦੇ ਨੇ। ਜਿਸ ਬੰਦੇ ਨੇ 35-40 ਸਾਲ ਇੱਕ ਜਗ੍ਹਾ ਤੇ ਬੈਠ ਕੇ ਭੀਖ ਮੰਗੀ, ਲੋਕਾਂ ਦੇ ਕੋਲ ਭਿਖਾਰੀ ਬਣ ਕੇ ਬੈਠਾ ਰਿਹਾ, ਦੁਨੀਆ ਨੇ ਉਹਨੂੰ ਵੇਖਿਆ, ਲੋਕਾਂ ਦੀ ਨਜ਼ਰ 'ਚ ਪ੍ਰਵਾਨ ਹੋ ਗਿਆ। ਅੱਜ ਜਦੋਂ ਉਹਦੀ ਮੌਤ ਹੋ ਗਈ, ਕੁਝ ਲੋਕ ਇਕੱਤਰ ਹੋਏ, ਪਤਾ ਲੱਗਾ ਇਲਾਕੇ ਵਿੱਚ ਵੀ ਉਹ ਫਲਾਣਾ ਭਿਖਾਰੀ ਤੇ ਚੜ੍ਹਾਈ ਕਰ ਗਿਆ। ਕਹਿੰਦੇ ਵੀ ਚਲੋ ਬਈ ਬਹੁਤ ਪੁਰਾਣਾ ਨਾਤਾ ਸੀ, ਭਲਾ ਬੰਦਾ ਸੀ, ਜਾਏ ਹੁੰਦੇ ਚਲੇ ਗਏ। ਹੁਣ ਵਿਚਾਰ ਚੱਲੀ ਵੀ ਇਹਦਾ ਕੀ ਕਰੀਏ, ਇਹਦਾ ਕੋਈ ਵਾਲੀ ਵਾਰਸ ਨਹੀਂ ਹੈ, ਸੰਸਕਾਰ ਕਰਨਾ ਹੈ, ਉਹਦਾ ਅੰਤਿਮ ਕਿਰਿਆ ਕਰਮ ਰਸਮੋ ਰਿਵਾਜ ਕਿਵੇਂ ਨਿਭਾਉਣੇ ਨੇ। ਇੱਕ ਸਹਿਮਤੀ ਬਣ ਗਈ, ਕਹਿੰਦੇ ਇਸ ਤਰ੍ਹਾਂ ਕਰੋ, ਇਹਨੇ ਇਸ ਜਗ੍ਹਾ ਤੇ ਬੈਠ ਕੇ ਵੀ ਜਦੋਂ ਦੇ ਆਪਾਂ ਇਹਨੂੰ ਜਾਣਨ ਲੱਗਿਆ, ਇਹ ਇੱਥੇ ਹੀ ਬੈਠ ਕੇ ਭੀਖ ਮੰਗਦਾ ਰਿਹਾ, ਇੱਥੇ ਹੀ ਇਹਨੇ ਰੋਜ਼ੀ ਰੋਟੀ ਛਕੀ, ਇੱਥੇ ਹੀ ਇਹਦੇ ਸਾਡੇ ਨਾਲ ਰਿਸ਼ਤੇ ਬਣੇ, ਸਾਡੇ ਇਹਦੇ ਨਾਲ ਜਾਣ ਪਹਿਚਾਣ ਬਣੀ। ਇੱਕ ਕਰਮ ਕਰੋ, ਇਹਨੂੰ ਇੱਥੇ ਹੀ ਟੋਆ ਪੱਟ ਕੇ ਦੱਬ ਦਿਓ। ਸਾਰੇ ਕਹਿੰਦੇ ਵੀ ਠੀਕ ਆ, ਕੋਈ ਸੌਖਾ ਲੱਗਿਆ। ਸਾਧ ਸੰਗਤ ਜਦੋਂ ਟੋਆ ਪੱਟਿਆ ਹੈਰਾਨ ਰਹਿ ਗਏ। ਹਲੇ ਟੋਆ ਥੋੜਾ ਜਿਹਾ ਪੱਟਿਆ ਸੀ, ਨੀਚੋਂ ਇੱਕ ਮੋਹਰਾਂ ਨਾਲ ਭਰੀ ਹੋਈ ਗਾਗਰ ਨਿਕਲ ਆਈ। ਬੜਾ ਕੀਮਤੀ ਖਜ਼ਾਨਾ ਸੀ ਉਸ ਗਾਗਰ ਵਿੱਚ। ਪੁਰਾਣੇ ਸਮਿਆਂ ਦੇ ਵਿੱਚ ਲੋਕੀ ਧਨ ਨੂੰ ਅੱਜ ਵਾਂਗ ਜਦੋਂ ਸੇਫ ਨਹੀਂ ਸੀ ਨਾ ਹੁੰਦੇ, ਅਲਮੀਰੀਆਂ, ਲੋਕਰ ਵਗੈਰਾ ਨਹੀਂ ਸੀ ਹੁੰਦੇ, ਉਦੋਂ ਲੋਕ ਧਨ ਨੂੰ, ਦੌਲਤ ਨੂੰ ਜਿਨ੍ਹਾਂ ਕੋਲ ਵੱਧ ਜਾਂਦੀ ਸੀ, ਘੜਿਆਂ 'ਚ ਪਾ ਕੇ ਜ਼ਮੀਨ ਵਿੱਚ ਦੱਬਿਆ ਕਰਦੇ ਸਨ। ਉਹ ਜ਼ਮੀਨ ਪੱਟੀ ਤੇ ਉੱਥੋਂ ਗਾਗਰ ਨਿਕਲ ਆਈ। ਉਹ ਬੜੇ ਹੈਰਾਨ ਹੋਏ ਵੀ ਹੱਦ ਹੋ ਗਈ, ਗਾਗਰ ਨਿਕਲ ਆਈ, ਇਹ ਬੰਦਾ ਤੇ ਭਿਖਾਰੀ ਸੀ, ਭੀਖ ਮੰਗਦਾ ਰਿਹਾ, ਕਾਰਨ ਕੀ ਹੈ? ਗੱਲ ਸਮਝ ਨਾ ਆਈ। ਕੋਈ ਦਰਵੇਸ਼, ਕੋਈ ਫਕੀਰ ਆਤਮਾ, ਕੋਈ ਰੱਬ ਦਾ ਪਿਆਰਾ ਉੱਥੇ ਆਇਆ ਕੁਦਰਤੀ। ਉਹਨੇ ਪੁੱਛਿਆ ਵੀ ਭਲਿਓ ਇਕੱਠ ਕੀਤਾ, ਕੀ ਗੱਲ ਹੈ? ਉਹ ਕਹਿਣ ਲੱਗੇ ਵੀ ਬਾਬਾ ਇੱਕ ਮਸਲਾ ਉਲਝ ਗਿਆ। ਗੱਲ ਇਹ ਹੈ ਵੀ ਇਹ ਭਿਖਾਰੀ ਹੈ, ਇਹਦੀ ਮੌਤ ਹੋ ਗਈ ਹੈ, ਇੱਥੇ ਬੈਠ ਕੇ ਲਗਾਤਾਰ ਕਈ ਸਾਲ ਭੀਖ ਮੰਗਦਾ ਰਿਹਾ ਹੈ। ਅੱਜ ਅਸੀਂ ਇਹਨੂੰ ਦਫਨ ਕਰਨ ਲੱਗੇ ਸਾਂ, ਜਿੱਥੇ ਬੈਠ ਕੇ ਭੀਖ ਮੰਗਦਾ ਸੀ ਉੱਥੇ ਹੀ ਥੱਲੇ ਖਜ਼ਾਨਾ ਨਿਕਲ ਆਇਆ। ਸਾਨੂੰ ਸਮਝ ਨਹੀਂ ਆ ਰਹੀ ਗੱਲ ਕੀ ਹੈ। ਉਹ ਪਹਿਲਾਂ ਹੱਸਿਆ, ਫਿਰ ਉਦਾਸ ਹੋ ਗਿਆ। ਧਿਆਨ ਵਿੱਚ ਰੱਖਿਓ, ਜਿਹੜੀਆਂ ਦਰਵੇਸ਼ ਰੂਹਾਂ ਹੁੰਦੀਆਂ ਨੇ, ਜਿਹਨੂੰ ਅਸੀਂ ਭਗਤ, ਸਾਧੂ, ਸੰਤ, ਮਹਾਤਮਾ, ਕੋਈ ਸ਼ਬਦ ਵਰਤ ਲਓ, ਪਰ ਜਿਹੜੇ ਅੰਦਰੋਂ ਹੁੰਦੇ ਨੇ, ਜੁੜੀਆਂ ਹੋਈਆਂ, ਪੱਕੀਆਂ, ਉਹਨਾਂ ਦਾ ਹੱਸਣਾ, ਉਹਨਾਂ ਦਾ ਰੋਣਾ ਬੜਾ ਵਿਲੱਖਣ ਹੁੰਦਾ ਤੇ ਬਹੁਤ ਗਹਿਰੇ ਅਰਥ ਰੱਖਦਾ ਹੈ। ਉਹਨਾਂ ਦੀ ਕਹਿੰਦੇ ਨੇ ਫਕੀਰ ਦਾ, ਦਰਵੇਸ਼ ਦੀ ਅੱਖ ਦਾ ਹੰਝੂ ਤੇ ਉਹਦੇ ਬੁੱਲਾਂ ਦੀ ਮੁਸਕਰਾਹਟ ਬਹੁਤ ਗਹਿਰੇ ਅਰਥ ਰੱਖਿਆ ਕਰਦੀ ਹੈ। ਉਹ ਆਮ ਨਹੀਂ ਹੋਇਆ ਕਰਦਾ। ਉਹ ਸਾਡੇ ਵਾਂਗੂ ਨਹੀਂ ਹੱਸਦੇ ਵੀ ਕੋਈ ਗਿਰ ਗਿਆ ਤੇ ਹੱਸ ਪਏ, ਕਿਸੇ ਦੀ ਬੇਇੱਜ਼ਤੀ ਕਰਕੇ ਹੱਸ ਪਏ, ਕਿਸੇ ਨੂੰ ਰਵਾ ਕੇ ਹੱਸ ਪਏ। ਸੰਸਾਰ 'ਚ ਤਾਂ ਹੀ ਕੁਝ ਹੁੰਦਾ ਨਹੀਂ। ਉਹ ਜਦੋਂ ਹੱਸਦਾ ਉਹ ਰੱਬ ਦੇ ਰੰਗ ਵਿੱਚ ਹੱਸਦਾ, ਜਦੋਂ ਰੋਂਦਾ ਵੀ ਰੱਬ ਦੇ ਰੰਗ ਵਿੱਚ ਹੀ ਰੋਂਦਾ। ਬਾਣੀ 'ਚ ਪੜ੍ਹਦੇ ਹੋ ਨਾ, ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ, ਬਾਝ ਸੱਚੇ ਨਾ ਦਾ ਅਰਥ ਹੁੰਦਾ ਕਸਮ। ਪਹਿਲਾਂ ਮੁਸਕਰਾਇਆ, ਫਿਰ ਉਦਾਸ ਹੋ ਗਿਆ। ਪਤਵੰਤੇ ਲੋਕ ਇਕੱਠ ਬੜਾ ਪਰੇਸ਼ਾਨ ਹੋ ਗਏ, ਕਹਿੰਦੇ ਹੱਦ ਹੋ ਗਈ ਵੀ ਤੁਸੀਂ ਹੱਸ ਕੇ ਉਦਾਸ ਹੋ ਗਏ, ਸਾਡੇ ਲਈ ਹੋਰ ਸ਼ੰਕਾ ਖੜਾ ਕਰ ਦਿੱਤਾ। ਕਹਿੰਦਾ ਹੱਸਿਆ ਤੇ ਸੀ ਮੈਂ, ਇਹਦੀ ਖੁਸ਼ਕਿਸਮਤੀ ਸੀ ਵੀ ਇਹ ਖਜ਼ਾਨੇ ਦੇ ਉੱਪਰ ਬੈਠਾ ਸੀ, ਇਹ ਖਜ਼ਾਨਿਆਂ ਦਾ ਮਾਲਕ ਸੀ, ਪਰ ਉਦਾਸ ਮੈਂ ਇਸ ਕਰਕੇ ਹੋ ਗਿਆ ਵੀ ਇਹਦੇ ਕਿੰਨੇ ਮਾੜੇ ਭਾਗ ਨੇ। ਇਹ ਖਜ਼ਾਨੇ ਦਾ ਮਾਲਕ ਹੋ ਕੇ ਸਾਰੀ ਉਮਰ ਖਜ਼ਾਨੇ ਦੇ ਉੱਪਰ ਬੈਠ ਕੇ ਭੀਖ ਹੀ ਮੰਗਦਾ ਰਿਹਾ। ਆਖੋ ਸਤਨਾਮ। ਇਹਦੇ ਥੱਲੇ ਖਜ਼ਾਨਾ ਸੀ, ਖਜ਼ਾਨੇ ਦਾ ਮਾਲਕ, ਪਰ ਸਾਰੀ ਉਮਰ ਭੀਖ ਹੀ ਮੰਗਦਾ ਰਿਹਾ। ਇਹ ਬਹੁਤ ਅਭਾਗਾ ਹੈ। ਅਸਲ 'ਚ ਇਹ ਕਹਾਣੀ ਸਾਡੀ ਹੈ। ਅਸੀਂ ਆ ਖਜ਼ਾਨੇ ਦੇ ਮਾਲਕ, ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਬਾਣੀ ਹੈ ਖਜ਼ਾਨਾ, ਇਹਦੀ ਵਾਗਡੋਰ ਇਹ ਸੌਂਪਿਆ ਸੀ ਗੁਰੂ ਸਾਹਿਬ ਨੇ ਸਿੱਖਾਂ ਨੂੰ। ਤੇ ਜਦੋਂ ਸਿੱਖ ਖਜ਼ਾਨੇ ਦੇ ਕੋਲ ਆ ਕੇ ਭੀਖ ਮੰਗਦਾ, ਠੀਕਰਾ ਮੰਗਦਾ, ਮਹਾਰਾਜ ਕਹਿੰਦੇ ਵੀ ਫਿਰ ਭਿਖਾਰੀਓ ਬਣ ਗਿਆ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾਰਾ। ਕਹਿੰਦੇ ਸਾਰੀ ਦੁਨੀਆ ਭਿਖਾਰੀ ਬਣ ਕੇ ਕਮਾ। ਅਸੀਂ ਭਿਖਾਰੀ ਬਣੀਏ, ਪਰ ਕਿਹੜੇ ਬਣੀਏ? ਕਹਿੰਦੇ ਤੂੰ ਭਿਖਾਰੀ ਬਣ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਦਾਤਾ ਜੀ ਕੀ ਦਿਓ? ਹੋ ਦਇਆਲ ਨਾਮ ਦੇਹੋ, ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਹੋਰ ਕਿਹਾ ਕਰੋ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਹਰ ਦੀਜੈ
नाम प्यारी जियो। दाता जी मैं भिखारी हाँ, पर मैं संसार दा भिखारी नहीं, मैं माया दा भिखारी नहीं, मैं ठीकरां दा भिखारी नहीं, मैं भिखारी बन के आया तेरे नाम दा। तेरा किया मीठा लाग्या, हर नाम पदार्थ नानक मांगया। जदों नाम मंगोगे नाम मिलेगा। सतगुरु नानक देव महाराज जी जदों प्रचार दौरिਆਂ वास्ते तुरे, उन्होंने सामने एक जिहड़ा सब तो पहला केस आया वो एक कोड़ी का आया। कोड़ी का, हुण कोड़ का दुख बड़ा वड्डा दुख है। कोड़ का दुख पुरातन समय जिन्हों लग जाता सी, उन्हां समयां च लोक परिवार सारे संबंध तोड़ लिया करते सन। किसी किस्म का उहदे नाल नाता नहीं सी रह जाता, इत्थों तक उहदी रोजी रोटी भी खतरे विच पै जाती सी। विद्वाना ने लिखा भी पिंड दीपालपुर के बाहर बाहर एक नरंगे नां का कुड़ी है। तुहाडे चों बहुत सारिया संगतां घटना नूं जाणदियां होणगियां। नरंगे नां का कुड़ी, उहदे परिवार ने उहनूं छड्ड दिता, उहदे सके संबंधी छड्ड गए, त्याग गए। ये एक कखां दी कुल्ली बना के किसी भले बंदे ने बना दी, उहदे च इहनूं पा दिता। शरीर कोर नाल भरिया है, जिस्म दे विचों पानी सिमदा है, खाण नूं किसी दे मन च तरस आउंदा है, टुक्कड़ इहदे भांडे च पा जांदा है, वो खा के गुजारा करदा। पर कोड़ दा दुख जीण नहीं दिंदा, सौण नहीं दिंदा, इहनूं बेचैन करी रखदा सी। दुख विच दर्द विच कुरला रिहा, रो रिहा, चीक रिहा, पर सुणे कौन? संसार की जो असलीयत है, महाराज कहते ने ध्यान विच रखियो। मतां एक ध्यान विच रखियो, मतां ये सोचियो मेरे बहुत रिश्तेदार, बड़े दोस्त, बड़े भैन भरा, बड़ी जान पहचान, ये सुखां दे साथी ने। ध्यान विच रखियो, सब सुखां दे ने। असली दोस्त, असली मित्र की परख करनी है तो दुखों विच करियो। जदों बहुत विपदा पै जाए, जिहड़ा उदों तुहाडे नाल खड़ा है वो तुहाडा साथी है। आम तौर पर गुरु साहब कहते हैं संसार की हकीकत पता की है? बिपत परी सब ही संग छाड़त, को न आवत नेरा। जदों कई बार कोई मुश्किल हालात बन जाते हैं, किसी का समा पलटदा है, कोई रब्बी मार पैंदी है, कोई अपना कर्म आ जाए ना, तो सच जानना कई बार साडा फोन भी नहीं फिर चुकते। ਜਿਹੜੇ 24 घंटे नाल तुरे फिरते हैं, आखो सतनाम श्री, उन्होंने नंबर ही बंद होने लग जाते हैं, साथ छड्ड जाते हैं। आपां तो सारे ने इतिहास पढ़िया है। गुरु गोबिंद सिंह महाराज जदों विपता पई तो माछीवाड़े के जंगल च कल्ले ही रह गए। महाराज वो जंगल के विचों कल्ले विचरे ने। जदों अत का दुख भरिया समा आया, हद हो गई, परमेश्वर कुदरत का हुक्म कह लो, रब की रजा कह लो, बाकी संसार की हकीकत भी दुखों च ही पता लगती है। खैर वो समा बनया, वो ਆਪਾਂ ਵੇਖਿਆ, इतिहास ਵੱਖਰਾ ਪੰਧ है। साध संगत हुंदा की है, कहते होया कि सारे साथ छड्ड के कल्ला ही रो रहा, कुरला रहा। सतगुरु नानक देव महाराज दीपालपुर विच पहुंचे, सीधा इस नरंगे कोड़ी की झोंपड़ी के बाहर चले गए। अंदरों हाय हाय की आवाज़ आ रही है, कुरला रहा है, अंदर बहुत भैड़ी बदबू आ रही है, अंदर कोई लंघ नहीं सकता, कोई जा नहीं सकता। महाराज ने मरदाने ने भेजा, कहते मरदानिया जा तो अंदर जाके वेखां भला की खेड वरती है। मरदाना जी अंदर गए, मूँह ते कपड़ा रखा, कहते पातशाह भी अंदरों बो तो बहुत भैड़ी आ रही है। महाराज कहते जा खां, इसलिए तो आप आए हैं। मरदाना जी गए, नरंगे नूं एहसास होया भी कोई आया, उन्हें पए नहीं आवाज़ मारी भी कौन आया है, कौन आया है। मरदाना जी कहने लगे भी सतगुरु नानक देव महाराज आए ने। आखो सतनाम श्री। वो बड़ा हैरान है, कहता भी मेरे कोल ते मेरे अपने नहीं आउंदे, अज बेगाना कौन आ गया, अज बेगाना कौन आ गया। देखो जी, एक कहावत है संसार की भी प्यासे नूं खूह कोल जाना पैंदा है, पर गुरु नानक दा घर ऐसा है, तुसी भावना बना लो, इत्थे खूह चल के प्यासियां कोल आ जाता है। सतगुरु नानक देव महाराज जी ने 38,000 माइल्स, 38,000 मील पैदल यात्रा की है, और वो प्यासियां कोल ही चल के गए ने। गुरु नानक साहब खूह ने, खूह छड्डो समुंदर ने, और वो हर थां ते प्यासियां कोल चल के गए ने। किते कोई ठग है, किते चोर है, किते राक्षस है, किते कोई काजी भटकिया, किते मुलाणा भटकिया, किते पंडित भट गया, किते साडे वर्गे करोड़ां लोग भटके ने, दुखी ने। साडे निवारण वास्ते महाराज आप चल के कोल पहुँच के इलाज करते रहे। वो बड़ा हैरान है, कहता मेरे कोल की लैना भलिओ, मेरे कोलों की मिलेगा, मैं तो रोगी हाँ, वो भी कोढ़ दा रोगी हाँ, दुखां नाल भरिया, खाण विच घर विच खाण लई रोटी दा टुकड़ तक नहीं, मैं तो तुहानूं कुछ दे भी नहीं सकता। मरदाना जी कहन लगे भलिया, वो असीं तेरे तो कुछ लैण लई, तैनूं कुछ देण लई आए हाँ।
ਸਤਿਗੁਰ ਮਹਾਰਾਜ ਜਦੋਂ ਅੰਦਰ ਆਏ, ਕਹਿੰਦੇ ਨਰੰਗਾ ਕੋੜੀ ਨੇ ਜਦੋਂ ਮਹਾਰਾਜ ਜੀ ਦਾ ਚਿਹਰਾ ਤੱਕਿਆ, ਹੁਣ ਨੂਰਾਨੀ ਚਿਹਰਾ ਹੈ, ਸਰੀਰ ਤੇ ਜਲਾਲ ਹੈ, ਸਤ ਸੰਗਤ ਨਾਮ ਦਾ ਪ੍ਰਤਾਪ ਹੈ। ਨਰੰਗੇ ਤੋਂ ਗੁਰੂ ਸਾਹਿਬ ਦਾ ਚਿਹਰਾ ਤੱਕ ਨਾ ਹੋਇਆ, ਅੱਖਾਂ ਚੁੰਦੇ ਆ ਗਈਆਂ, ਪਰ ਉਹਨੂੰ ਇੰਜ ਲੱਗਾ ਵੀ ਕੋਈ ਰੂਹਾਨੀ ਸ਼ਖਸੀਅਤ ਮੇਰੀ ਝੌਂਪੜੀ ਦੇ ਵਿੱਚ ਆ ਗਈ ਹੈ। ਉਹਨੂੰ ਅੰਦਰ ਦਾ ਮਾਹੌਲ ਬਦਲਿਆ ਜਾਪਿਆ, ਉਹਨੂੰ ਇੰਜ ਜਾਪਿਆ ਵੀ ਮੈਨੂੰ ਤੇ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਤੇ ਮੈਂ ਜਿੱਥੇ ਪਿਆ ਬੜੀ ਸੁੱਖ ਦੀ ਨੀਂਦ ਸੌਂ ਰਿਹਾ, ਬਸ ਉੱਠ ਨਹੀਂ ਸੀ ਹੋ ਰਿਹਾ। ਅੱਖਾਂ ਖੋਲੀਆਂ, ਮਹਾਰਾਜ ਨੇ ਮਸਤਕ ਤੇ ਹੱਥ ਧਰਿਆ, ਕਹਿੰਦੇ ਨਰੰਗਿਆ ਕੀ ਹਾਲ ਹੈ? ਜਦੋਂ ਪੁੱਛਿਆ ਕੀ ਹਾਲ ਹੈ, ਅੱਖਾਂ ਵਿੱਚ ਆਪ ਮੁਹਾਰੇ ਹੰਝੂ ਆ ਗਏ। ਹੁਣ ਰੋ ਪਿਆ। ਹੁਣ ਰੋਇਆ ਕਿਉਂ ਰੋਇਆ? ਨਰੰਗਾ ਜਿਹੜਾ ਸੀ ਕਿਸੇ ਸਮੇਂ ਬਹੁਤ ਅਮੀਰ ਬੰਦਾ ਸੀ, ਧਨਵਾਨ ਬੰਦਾ ਸੀ, ਚੰਗਾ ਕਾਰੋਬਾਰ ਸੀ, ਰੁਪਈਆ ਧਨ ਦੌਲਤ ਬਹੁਤ ਸੀ, ਆਰ ਪਰਿਵਾਰ ਸੋਹਣਾ ਸੀ, ਪਰ ਇਹਨੇ ਆਪਣੀ ਜ਼ਿੰਦਗੀ ਦਾ ਉਹ ਕੀਮਤੀ ਸਮਾਂ ਵਿਕਾਰਾਂ ਤੇ ਪਾਪਾਂ ਦੇ ਵਿੱਚ ਗਵਾ ਦਿੱਤਾ। ਉਹ ਸਮਾਂ ਸਾਂਭਿਆ ਨਾ। ਔਰ ਇੱਕ ਗੱਲ ਧਿਆਨ ਵਿੱਚ ਰੱਖਿਓ, ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਕਹਿੰਦੇ ਜਦੋਂ ਆਮ ਤੌਰ ਤੇ ਕੀ ਹੁੰਦਾ, ਬਹੁਤਾਤ ਰੂਪ ਵਿੱਚ ਜਦੋਂ ਬੰਦੇ ਕੋਲ ਧਨ ਵੱਧ ਜਾਏ, ਜਵਾਨੀ ਆ ਜਾਏ ਤੇ ਇਹਨੂੰ ਮਿਲ ਜਾਏ ਪਾਵਰ, ਸਤਿਗੁਰੂ ਕਹਿੰਦੇ ਪਰ ਇਹਦੇ ਕੋਲ ਜੇ ਨਾਮ ਨਾ ਹੋਇਆ, ਇਹ ਬੰਦਾ ਬਾਵਰਾ ਦੀਵਾਨਾ ਮੂਰਖ ਹੋਇਆ ਘੁੰਮਦਾ, ਇਹ ਬੰਦੇ ਨੂੰ ਬੰਦਾ ਵੀ ਨਹੀਂ ਸਮਝਦਾ। ਜੋਬਨ ਧਨ ਪ੍ਰਭਤਾ ਕੇ ਮਦ ਮੈਂ, ਮਦ ਦਾ ਅਰਥ ਹੁੰਦਾ ਨਸ਼ਾ। ਜੋਬਨ ਧਨ ਪ੍ਰਭਤਾ ਕੇ ਮਦ ਮੈਂ, ਅਹਨਿਸ ਰਹਿ ਦੀਵਾਨਾ। ਦਿਨ ਰਾਤ ਬੌਰਾ ਹੋਇਆ, ਪਾਗਲ ਹੋਇਆ ਫਿਰਦਾ, ਨਾ ਇਹਨੂੰ ਕੁਝ ਚੰਗਾ ਸੁਝੇ ਨਾ ਮਾੜਾ ਸੁਝੇ। ਇਹ ਕਹਿੰਦੇ ਬਸ ਆਪਣੇ ਆਪ ਦੇ ਵਿੱਚ ਹੀ ਗੁਆਚਿਆ ਰਹਿੰਦਾ ਹੈ। ਨਰੰਗੇ ਦੀ ਇਹ ਹਾਲਤ ਬਣ ਚੁੱਕੀ ਸੀ, ਪਰ ਸਮੇਂ ਨੇ ਪਲਟਾ ਖਾਧਾ। ਇੱਕਦਮ ਅਰਸ਼ ਤੋਂ ਫਰਸ਼ ਤੇ ਆ ਗਿਆ, ਜ਼ਮੀਨ ਤੇ ਡਿੱਗਾ, ਆਪਣੇ ਵੀ ਛੱਡ ਗਏ। ਸਾਰੀ ਕਹਾਣੀ ਸਮਝ ਆ ਗਈ। ਸਤਿਗੁਰੂ ਕਹਿੰਦੇ ਨਰੰਗਿਆ, ਜਦੋਂ ਤੇਰੇ ਤਨ ਵਿੱਚ ਤਾਕਤ ਸੀ, ਸਮਾਂ ਚੰਗਾ ਸੀ, ਵਕਤ ਚੰਗਾ ਸੀ, ਰੱਬ ਨੇ ਧਨ ਦੌਲਤ ਦੀਆਂ ਬੇਅੰਤ ਦਾਤਾਂ ਨਾਲ ਨਿਵਾਜਿਆ, ਪਰ ਉਦੋਂ ਤੂੰ ਨਾਮ ਵਾਲੇ ਰੱਬ ਵਾਲੇ ਪਾਸੇ ਨਹੀਂ ਤੁਰਿਆ। ਤੈਨੂੰ ਉਦੋਂ ਰੱਬ ਦਾ ਘਰ ਦਿਖਿਆ ਵੀ ਕੋਈ ਨਹੀਂ, ਤੈਨੂੰ ਕੋਈ ਭਲਾ ਪੁਰਖ ਨਹੀਂ ਦਿਸਿਆ, ਕੋਈ ਸਾਧੂ ਸੰਤ ਨਹੀਂ ਦਿਸਿਆ, ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ, ਕੋਈ ਭਲਾ ਕਰਮ ਨਹੀਂ। ਪਰ ਅੱਜ ਹੁਣ ਜਦੋਂ ਤੇਰੇ ਤੇ ਪੈ ਗਈ ਹੈ ਬਿਪਤਾ, ਹੁਣ ਸਾਰੀ ਸਾਧ ਛੱਡ ਗਏ, ਹੁਣ ਤੈਨੂੰ ਕੌਣ ਯਾਦ ਆ ਰਿਹਾ? ਕੇਵਲ ਰੱਬ ਹੀ ਯਾਦ ਆ ਰਿਹਾ। ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ, ਜਿਹੜਾ ਦੁੱਖ ਹੁੰਦਾ ਨਾ, ਦੁੱਖ ਜਿਹੜਾ ਹੁੰਦਾ ਸਾਧ ਸੰਗਤ, ਅਸਲ ਵਿੱਚ ਦੁੱਖ ਨੂੰ ਕੱਟਣ ਵਾਸਤੇ ਆਉਂਦਾ ਹੈ। ਦੁੱਖ ਸਾਡਾ ਦੁੱਖ ਕੱਟਦਾ ਹੈ। ਮਹਾਰਾਜ ਨੇ ਇਸ ਗੱਲ ਨੂੰ ਬਰੀਕੀ ਨਾਲ ਸਮਝਾਉਣ ਲਈ ਦੋ ਸ਼ਬਦ ਬਾਣੀ ਵਿੱਚ ਵਰਤੇ। ਕਹਿੰਦੇ ਜਿਸ ਦੁੱਖ ਤੋਂ ਦੁਨੀਆ ਭੱਜਦੀ ਹੈ, ਜਿਹੜਾ ਦੁੱਖ ਸੰਸਾਰ ਨੂੰ ਦੁਖੀ ਕਰਦਾ ਹੈ, ਜਿਸ ਦਿਨ ਸਿੱਖਾ ਤੈਨੂੰ ਬਾਣੀ ਦਾ ਪ੍ਰਤਾਪ ਤੇਰੇ ਅੰਦਰ ਵਰਤਿਆ, ਕਲਾ ਵਰਤੀ, ਤੂੰ ਸ਼ਬਦ ਦੀ ਟੇਕ ਲਈ, ਤੈਨੂੰ ਉਸੇ ਪਲ ਸਮਝ ਆ ਜਾਣੀ ਹੈ, ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ। ਦਾਰੂ ਦਾ ਅਰਥ ਹੁੰਦਾ ਦਵਾ, ਜੋ ਸਾਡਾ ਇਲਾਜ ਕਰਦੀ ਹੈ, ਸਾਡਾ ਭਲਾ ਕਰਦੀ ਹੈ। ਕਹਿੰਦੇ ਦੁੱਖ ਤੇ ਤੇਰੇ ਲਈ ਦਾਰੂ ਬਣ ਜਾਵਣਗੇ। ਤੂੰ ਦੁੱਖਾਂ ਦੇ ਵਿੱਚੋਂ ਹੀ ਆਪਣੀ ਜ਼ਿੰਦਗੀ ਦੇ ਤਮਾਮ ਦੁੱਖਾਂ ਦਾ ਇਲਾਜ ਕਰ ਲਏਗਾ। ਦੁੱਖ ਦੇ ਵਿੱਚ ਤੇ ਬੰਦਾ ਰੱਬ ਨੂੰ ਰਾਤ ਨੂੰ 12 ਵਜੇ ਵੀ ਚੇਤੇ ਕਰਦਾ, 2 ਵਜੇ ਵੀ ਕਰਦਾ, 4, ਸਾਰੀ ਰਾਤ ਫਿਰ ਗੁਰੂ ਗੁਰੂ ਰੱਬ ਰੱਬ ਕਰਦਿਆਂ ਬੀਤ ਜਾਂਦੀ ਹੈ। ਪਰ ਜਦੋਂ ਸੁੱਖਾਂ ਦਾ ਸਮਾਂ ਹੁੰਦਾ ਹੈ, ਉਦੋਂ ਫਿਰ ਰੱਬ ਨਹੀਂ ਚੇਤੇ ਆਉਂਦਾ। ਆਪਾਂ ਨੂੰ ਪਤਾ ਹੀ, ਆਪਾਂ ਵੇਖਦੇ ਹਾਂ ਅਕਸਰ ਬਹੁਤੇ ਸੁੱਖਾਂ ਵਾਲਾ ਤੇ ਬੰਦਾ ਕਹਿੰਦਾ ਜੀ, ਤੁਸੀਂ ਕਿਸੇ ਨੂੰ ਕਿਹਾ ਹੋਣਾ ਕਈ ਵਾਰੀ ਕਿ ਭਾਈ ਸਾਹਿਬ ਗੁਰੂ ਘਰ ਆਇਆ ਕਰੋ, ਸੇਵਾ ਕਰਿਆ ਕਰੋ, ਬਾਣੀ ਪੜ੍ਹਿਆ ਕਰੋ। ਉਹ ਕਹਿੰਦਾ ਕਿੱਥੇ ਜੀ, ਸਾਡੇ ਕੋਲ ਤਾਂ ਸਮਾਂ ਹੀ ਕੋਈ ਨਹੀਂ। ਬੰਦਾ ਕਹਿੰਦਾ ਮੇਰੇ ਕੋਲ ਤੇ ਰੋਟੀ ਖਾਣ ਦਾ ਸਮਾਂ ਨਹੀਂ, ਮੇਰੇ ਕੋਲ ਸਾਹ ਲੈਣ ਦਾ ਸਮਾਂ ਨਹੀਂ। ਕਈ ਕਹਿੰਦੇ ਨੇ ਸਾਡੇ ਕੋਲ ਤੇ ਮਰਨ ਦਾ ਸਮਾਂ ਨਹੀਂ, ਅਸੀਂ ਕਿੱਥੋਂ ਆ ਜੀ, ਆਖੋ ਸਤਿਨਾਮ ਸ਼੍ਰੀ। ਪਰ ਉਹਨਾਂ ਨੂੰ ਪਤਾ ਨਹੀਂ ਵੀ ਤੇਰੇ ਕੋਲ ਸਮਾਂ ਹੋਵੇ ਨਾ ਹੋਵੇ, ਮੌਤ ਕੋਲ ਬਹੁਤ ਸਮਾਂ, ਉਹਦੇ ਕੋਲ ਸਮਾਂ ਹੀ ਸਮਾਂ ਉਹਨੇ ਕੱਢ ਲੈਣਾ। ਇਸ ਲਈ ਤੇਰਾ ਸਮਾਂ ਵਿਗੜ ਜਾਏ, ਤੂੰ ਸਮੇਂ ਨੂੰ ਸੰਭਾਲ, ਤੇ ਸਮਾਂ ਦੇਣ ਵਾਲੇ, ਸਮਾਂ ਬਣਾਉਣ ਵਾਲੇ, ਸਮੇਂ ਨੂੰ ਸਫਲ ਕਰਨ ਵਾਲੇ ਗੁਰੂ ਨਾਲ ਜੁੜ ਜਾ, ਤੇਰੀ ਜ਼ਿੰਦਗੀ ਸਫਲ ਹੋ ਜਾਏਗੀ। ਮਹਾਰਾਜ ਕਹਿੰਦੇ ਨਰੰਗਿਆ, ਇਹ ਦੁੱਖ ਵੀ ਤੂੰ ਆਪ ਹੀ ਸਹੇੜੇ ਨੇ। ਕਹਿੰਦੇ ਬਾਬਾ ਬਿਲਕੁਲ ਸੱਤ ਹੈ। ਤੇ ਹੁਣ ਕਿਵੇਂ ਲੱਗ ਰਿਹਾ? ਕਹਿੰਦਾ ਬਸ ਇੱਕੋ ਹੀ ਬੇਨਤੀ ਹੈ ਵੀ ਆਹ ਮੇਰਾ ਦੁੱਖ ਕੱਟ ਦੇ। ਜਿੰਨੀ ਪਰਤ ਕੇ ਹਯਾਤੀ ਹੈ, ਜਿਵੇਂ ਤੁਸੀਂ ਕਹੋਗੇ, ਜੋ ਕਹੋਗੇ ਮੈਂ ਕਰਾਂਗਾ, ਜੋ ਕਹੋਗੇ ਮੰਨਾਂਗਾ, ਪਰ ਮੈਨੂੰ ਇਸ ਕੋਟ ਦੇ ਦੁੱਖ ਚੋਂ ਬਾਹਰ ਕੱਢ ਲਓ। ਇੱਥੇ ਮੈਂ ਇਹ ਬੇਨਤੀ ਤਾਂ ਕੀਤੀ ਕਿਉਂਕਿ ਬਾਣੀ ਦਾ ਸ਼ਬਦ ਹੈ ਉਹ ਇਤਿਹਾਸਕ ਸ਼ਬਦ ਹੈ, ਔਰ ਆਪਾਂ ਬਹੁਤ ਵਾਰੀ ਹੁਕਮਨਾਮੇ ਮੁਖਵਾਕ ਦੇ ਰੂਪ ਵਿੱਚ ਉਹਨੂੰ ਪੜ੍ਹਦੇ ਹਾਂ। ਧਨਾਸਰੀ ਮਹੱਲਾ ਪਹਿਲਾ, ਉੱਥੇ ਬਾਬਾ ਜੀ ਨੇ ਇਹ ਸ਼ਬਦ ਉਚਾਰਿਆ। ਉਹ ਕੀ ਹੈ? ਕਹਿੰਦੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਹਾਲਤ ਕਿਉਂ ਬਣੀ?
जय तन बाणी विसर जाए, ज्यों पक्का रोगी विल लाए। बहुता बोलन झखण होए, विण बोले जाने सब सोए। कहते बंदिया तैनू बाणी विसर गई, तैनू रब विसर गया। खसम विसार किए रस भोग, तां तन उठ खलोए रो। हर विसरत सदा खुआरी, परमेश्वर ते भुलिया व्यापन सभे रोग। ਅੱਜ ਤੁਸੀਂ ਵੇਖੋ ਜੀ, ਹਰ ਬੰਦਾ ਦੁਖੀ ਹੈ। ਸ਼ਾਇਦ ਸੰਸਾਰ ਵਿੱਚ ਕੋਈ ਭਾਗਾਂ ਵਾਲੀਆਂ ਰੂਹਾਂ ਹੋਣਗੀਆਂ ਜਿਨ੍ਹਾਂ ਨੂੰ ਕੋਈ ਦੁੱਖ ਰੋਗ ਨਹੀਂ ਹੋਏਗਾ। ਅੱਜ ਆਪਾਂ ਰੋਟੀ ਖਾ ਕੇ ਨਹੀਂ ਸੌਂਦੇ, ਅੱਜ ਅਸੀਂ ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੇ ਹਾਂ। ਡਾਕਟਰਾਂ ਨੇ ਕਿਹਾ ਹੋਇਆ ਰੋਟੀ ਭਾਵੇਂ ਭੁੱਲ ਜਾਈ ਛੱਡਦੀ, ਪਰ ਗੋਲੀ ਨਹੀਂ ਭੁੱਲਣੀ ਹੈ। ਲੋਕਾਂ ਦੇ ਘਰਾਂ ਦੇ ਵਿੱਚ ਨਿੱਕੇ ਨਿੱਕੇ ਮੈਡੀਕਲ ਸਟੋਰ ਬਣ ਚੁੱਕੇ ਨੇ। ਅੱਜ ਅਸੀਂ ਸੱਚੀ ਗੱਲ ਹੈ ਜੀ, ਆਪਾਂ ਉਹ ਪਦਾਰਥ, ਉਹ ਛਕਣ ਵਾਲੀਆਂ ਚੀਜ਼ਾਂ ਛੱਡੀ ਬੈਠੇ ਹਾਂ। ਅੱਜ ਮਜਬੂਰੀ ਬਣ ਗਈ, ਸਾਨੂੰ ਦਵਾਈਆਂ ਦਾ ਸਹਾਰਾ ਲੈਣਾ ਪਿਆ। ਕਾਰਨ ਕੀ ਹੈ? ਮਹਾਰਾਜ ਕਹਿੰਦੇ ਰੋਗ ਆਏ ਕਿੱਥੋਂ ਨੇ? ਰੋਗ ਕਿਉਂ ਆਏ? ਸਾਡੀ ਅਗਿਆਨਤਾ, ਸਾਡੇ ਸਵਾਰਥ, ਸਾਡੇ ਲਾਲਚ ਨੇ ਅਸਲ ਵਿੱਚ ਸਾਨੂੰ ਰੋਗੀ ਬਣਾ ਦਿੱਤਾ ਹੈ। ਬੰਦੇ ਦੇ ਅੰਦਰ ਜਦੋਂ ਲਾਲਸਾ ਵਧੀ, ਮੈਂ ਬਹੁਤ ਧਨ ਕਮਾ ਲਵਾਂ, ਛੇਤੀ ਕਮਾ ਲਵਾਂ, ਘੱਟ ਸਮੇਂ 'ਚ ਵੱਧ ਕਮਾ ਲਵਾਂ, ਫਿਰ ਉਦੋਂ ਕੀ ਹੁੰਦਾ? ਉਦੋਂ 2 ਨੰਬਰ ਦੇ ਧੰਦੇ ਸ਼ੁਰੂ ਹੁੰਦੇ ਨੇ। ਉਦੋਂ ਫਿਰ ਫਸਲਾਂ 'ਚ ਜ਼ਹਿਰ ਮਿਲਾਈ ਜਾਂਦੀ ਹੈ, ਉਦੋਂ ਹਰ ਚੀਜ਼ 'ਚ ਮਿਲਾਵਟ ਕੀਤੀ ਜਾਂਦੀ ਹੈ, ਉਦੋਂ ਘੱਟ ਸਮੇਂ 'ਚ ਵੱਧ ਮੁਨਾਫਾ ਕਮਾਉਣ ਦੀ ਫਿਰ ਉਸ 1 ਨੰਬਰ 'ਤੇ ਹੋਣਾ ਨਹੀਂ। ਨਤੀਜਾ ਕੀ ਹੁੰਦਾ? ਸੰਸਾਰ ਰੋਗੀ ਬਣਦਾ ਚਲਾ ਜਾਂਦਾ। ਬਾਬਾ ਜੀ ਕਹਿੰਦੇ ਦੇਖੋ, ਇਹ ਰੋਗ ਵੀ ਅਸੀਂ ਆਪ ਸਹੇੜੇ ਨੇ। ਇਸੇ ਨੂੰ ਕਿਹਾ ਸੀ ਪਰਮੇਸ਼ਰ ਤੇ ਭੁੱਲਿਆ। ਜਦੋਂ ਬੰਦਾ ਰੱਬ ਦਾ ਮਾਰਗ ਭੁੱਲ ਜਾਏ, ਇਹ ਰੋਗੀ ਬਣ ਜਾਂਦਾ ਹੈ। ਅਸੀਂ ਤਨ ਦੇ ਵੀ ਰੋਗੀ ਤੇ ਮਨ ਦੇ ਵੀ ਰੋਗੀ ਹਾਂ। ਪਰ ਇੱਕ ਤਰਵਾਸ ਦਿੱਤਾ, ਕਹਿੰਦੇ ਭਾਵੇਂ ਸਾਰੇ ਹੀ ਦੁੱਖ ਤੈਨੂੰ ਲੱਗ ਜਾਣ, ਪਰ ਜੇ ਆਖਰੀ ਸਮੇਂ ਵੀ ਤੂੰ ਨਾਮ ਦੀ, ਬਾਣੀ ਦੀ, ਸ਼ਬਦ ਦੀ, ਗੁਰੂ ਦੀ ਟੇਕ ਲੈ ਲੈ, ਸੰਸਾਰ ਦਾ ਵੱਡੇ ਤੋਂ ਵੱਡਾ ਰੋਗ ਵੀ ਤੇਰਾ ਕੁਝ ਨਹੀਂ ਵਿਗਾੜ ਸਕੇਗਾ। ਇੱਥੇ ਤੇ ਕੋੜ ਤੇ ਕੈਂਸਰ ਵਰਗੇ ਰੋਗ ਵੀ ਗੁਰੂ ਠੀਕ ਕਰ ਦਿੰਦਾ ਹੈ। ਮੈਂ ਇੱਕ ਬੇਨਤੀ ਕਰਾਂ, ਇੱਕ ਘਟਨਾ ਮੇਰੇ ਚੇਤੇ ਆ ਗਈ, ਉਹ YouTube ਤੇ ਵੀ ਤੁਸੀਂ ਸੁਣੀ ਹੋਣੀ ਹੈ। ਪਿਛਲੇ ਸਾਲ ਦੀ ਗੱਲ ਹੈ, ਮੈਨੂੰ ਫੋਨ ਆਇਆ ਜੀ ਕੰਬਾਲੇ ਤੋਂ ਬੀਬੀ ਦਾ। ਉਹ ਫੋਨ ਕੀਤਾ ਤੇ ਰੋਣ ਲੱਗ ਪਏ। ਪਹਿਲਾਂ ਉਹਨਾਂ ਨੇ 1-2 ਵੀਡੀਓ ਵੇਖੀਆਂ ਸੀ। ਮੈਂ ਕਿਹਾ ਗੱਲ ਦੱਸੋ ਕੀ ਹੈ ਜੀ? ਉਹ ਸੀਗੇ ਤਕਰੀਬਨ 50 ਕੁ ਸਾਲ ਦੇ। ਉਹ ਕਹਿਣ ਲੱਗੇ ਵੀ ਭਾਈ ਸਾਹਿਬ ਗੱਲ ਇਹ ਹੈ ਵੀ ਮੈਨੂੰ ਕੈਂਸਰ ਹੋ ਗਿਆ ਸੀ, ਤੇ ਕੈਂਸਰ ਐਸਾ ਹੋਇਆ ਪੈਰ ਦੇ ਗੁੱਠੇ ਤੋਂ ਸ਼ੁਰੂ ਹੋਇਆ ਜੀ, ਵੱਧਦਾ ਵੱਧਦਾ ਲੱਤ ਤੱਕ ਆ ਗਿਆ, ਤੇ ਡਾਕਟਰ ਨੇ ਕਹਿ ਦਿੱਤਾ ਸੀ ਤੇਰੀ ਲੱਤ ਕੱਟਣੀ ਪਏਗੀ, ਇਹਦਾ ਹੋਰ ਕੋਈ ਇਲਾਜ ਨਹੀਂ ਹੈ, ਕਿਉਂਕਿ ਬਿਮਾਰੀ ਵੱਧ ਗਈ ਹੈ। ਉਹ ਕਹਿੰਦੀ ਮੈਂ ਪਰੇਸ਼ਾਨ, ਪਤੀ ਦੀ ਮੇਰੇ ਦੀ ਮੌਤ ਹੋ ਚੁੱਕੀ ਹੈ, ਇੱਕੋ ਮੇਰਾ ਬੇਟਾ ਹੈ, ਉਹ ਹਲੇ ਪੜ੍ਹਦਾ। ਅਸੀਂ ਕਿਰਾਏ 'ਤੇ ਰਹਿੰਦੇ ਸਾਂ, ਹਰਿਆਣੇ ਦੇ ਰਹਿਣ ਵਾਲੇ ਨੇ, ਹਿਮਾਚਲ ਦੇ ਰਹਿਣ ਵਾਲੇ ਸਨ, ਹਰਿਆਣੇ ਆ ਕੇ ਰਹਿਣ ਲੱਗੇ, ਹਿੰਦੂ ਪਰਿਵਾਰ ਹੈ। ਹੁਣ ਦੇਖੋ ਗੁਰੂ ਦੀ ਕਲਾ ਕਿਵੇਂ ਵਰਤਦੀ ਹੈ। ਜਿੱਥੇ ਡਾਕਟਰ ਵੀ ਜਵਾਬ ਦੇ ਦੇਣ, ਉੱਥੇ ਫਿਰ ਡਾਕਟਰਾਂ ਦਾ ਡਾਕਟਰ, ਵੈਦਾਂ ਦਾ ਵੈਦ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਇਹ ਤੇ ਜਮਾਂ ਦੀ ਫਾਈ ਕੱਟ ਦਿੰਦਾ ਹੈ। ਆਹ ਕੈਂਸਰ ਕੁੰਸਰ ਵਰਗੇ ਰੋਗ ਇੱਥੇ ਚੀਜ਼ ਹੀ ਕੀ ਨੇ? ਇਹ ਬੜੀਆਂ ਛੋਟੀਆਂ ਗੱਲਾਂ ਨੇ। ਠੀਕ ਹੈ, ਮੈਡੀਕਲ ਸਾਇੰਸ ਦੀ ਨਜ਼ਰ ਵਿੱਚ ਜਾਂ ਸਾਡੇ ਸਰੀਰ ਦੀ ਕੈਪੈਸਿਟੀ ਦੇ ਹਿਸਾਬ ਨਾਲ ਵੱਡਾ ਹੋ ਸਕਦਾ ਹੈ, ਪਰ ਗੁਰੂ ਤੇ ਰੱਬ ਤੇ ਨਾਮ ਤੋਂ ਵੱਡਾ ਕੋਈ ਵੀ ਰੋਗ ਨਹੀਂ ਹੈ। ਪਰ ਤੁਹਾਡੇ ਅੰਦਰ ਭਰੋਸਾ, ਤੁਹਾਡੇ ਅੰਦਰ ਭਾਵਨਾ ਤੇ ਓਨਾ ਵੱਡਾ ਸਿਦਕ ਚਾਹੀਦਾ ਹੈ। ਸੱਚੀ ਬਾਤ ਹੈ, ਮੈਂ ਕਹਿੰਦਾ ਜੀ ਦੁਨੀਆ ਜਹਾਨ ਦੇ ਰੋਗ ਲੱਗ ਜਾਣ, ਜੇ ਤੁਸੀਂ ਗੁਰੂ ਦੇ ਭਰੋਸੇ, ਸ਼ਬਦ ਦੇ ਭਰੋਸੇ ਟੇਕ ਲੈ ਕੇ ਸਿਦਕ ਰੱਖ ਕੇ ਚੱਲੋਗੇ, ਕਲਾ ਵਰਤੇਗੀ, ਗੁਰੂ ਤੁਹਾਨੂੰ ਬਿਲਕੁਲ ਨਵਾਂ ਨਰਵਾ ਕਰਕੇ ਰੱਖ ਦੇਗਾ। ਕਿਉਂਕਿ ਇਹ ਉਸ ਘਟਨਾ ਤੋਂ ਬਾਅਦ ਮੇਰਾ ਆਪਣਾ ਵੀ ਵਿਸ਼ਵਾਸ ਬੜਾ ਵਧਿਆ, ਬੜਾ ਲੱਗਿਆ ਵੀ ਕਮਾਲ ਹੈ ਵੀ ਗੁਰੂ ਸਾਹਿਬ ਨੇ ਯਾਰ ਖੇਡ ਦੇਖੋ ਕਿਵੇਂ ਵਰਤਾਈ। ਹੁਣ ਚਲੋ ਸਿੱਖ ਪਰਿਵਾਰ ਕੋਈ ਗੱਲ ਕਰੇ, ਬੰਦਾ ਕਹੇਗਾ ਠੀਕ ਹੈ ਜੀ ਤੁਸੀਂ ਤੇ ਸਿੱਖ ਹੋ, ਬਾਣੀ ਪੜ੍ਹਦੇ ਹੋ, ਗੁਰੂ ਨੇ ਕਲਾ ਵਰਤਾ ਦਿੱਤੀ। ਹੁਣ ਉਹ ਬੀਬੀ, ਮਾਤਾ, ਭੈਣ ਕੁਝ ਵੀ ਸ਼ਬਦ ਵਰਤ ਲਓ, 50 ਸਾਲ ਦੇ ਕਰੀਬ ਉਮਰ ਹੈ, ਉਹ ਕਹਿੰਦੀ ਸਾਨੂੰ ਬਸ ਇੰਨਾ ਹੀ ਪਤਾ ਸੀ ਵੀ ਸਿੱਖ ਲੋਕ ਗੁਰਦੁਆਰੇ ਜਾਂਦੇ ਨੇ, ਇਹ ਗੁਰਦੁਆਰੇ ਜਾਂਦੇ ਨੇ, ਉੱਥੇ ਬਾਣੀ ਪੜ੍ਹਦੇ ਆ, ਇਹ ਤੋਂ ਇਲਾਵਾ ਮੈਨੂੰ ਕੁਝ ਸਿੱਖੀ ਬਾਰੇ ਗਿਆਨ ਨਹੀਂ ਸੀ। ਹੁਣ ਅੱਜ ਉਹ ਕਿੱਥੇ ਖੜੇ ਨੇ, ਫਰਕ ਦਿਖੇ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਕਹਿੰਦੀ ਮੇਰਾ ਰੋਗ ਵੱਧ ਰਿਹਾ ਹੈ, ਦਰਦ ਵੱਧ ਰਿਹਾ ਹੈ, ਪੇਨ ਕਿਲਰ ਖਾ ਖਾ ਕੇ ਟਾਈਮ ਕੱਢ ਰਹੀ ਸੀ, ਸੁੱਝੇ ਕੁਛ ਨਾ ਕਰਾਂ ਤੇ ਕੀ ਕਰਾਂ, ਇੰਜ ਜਾਪ ਰਿਹਾ ਸੀ ਵੀ ਮੌਤ ਦਾ ਸਮਾਂ ਨੇੜੇ ਆ ਰਿਹਾ, ਵੀ ਜਿੰਨੇ ਕੁ ਤੇਰੇ ਚੰਦ ਦਿਨ ਬਚੇ ਨੇ, ਮਹੀਨਾ 2 ਮਹੀਨੇ ਦੀ ਜ਼ਿੰਦਗੀ ਹੈ, ਉਹ ਮਾਣ ਤੇ ਤੋਂ ਬਾਅਦ ਤੁਰਤ ਹੀ ਬਣ, ਹੁਣ ਕੀ ਕਰੀਏ। ਆਖਰ ਨੂੰ ਕਹਿੰਦੀ ਮੈਨੂੰ ਕੁਦਰਤੀ ਉਸ ਇਲਾਕੇ ਦੇ ਵਿੱਚੋਂ ਇੱਕ ਗੁਰਸਿੱਖ ਵੀਰ ਮਿਲੇ, ਉਹਨਾਂ ਨੂੰ ਪਤਾ ਲੱਗਾ, ਉਹ ਮੇਰੇ ਘਰ ਆ ਗਏ। ਉਹਨਾਂ ਨੇ ਕਿਹਾ ਵੀ ਭੈਣੇ ਤੇਰੀ ਹਾਲਤ ਤੇ ਬੜੀ ਖਰਾਬ ਹੈ, ਤੂੰ ਕੋਈ ਇਲਾਜ, ਦਵਾ ਦਾਰੂ? ਉਹ ਕਹਿੰਦੀ ਸਭ ਕੁਝ ਕੀਤਾ ਹੈ, ਚੰਗੇ ਚੰਗੇ ਡਾਕਟਰਾਂ ਨੂੰ ਵਿਖਾ ਲਿਆ, ਰੋਗ ਇੰਨਾ ਕੁ ਵੱਧ ਗਿਆ,
ਡਾਕਟਰ ਕਹਿ ਰਹੇ ਨੇ ਤੇਰੀ ਲੱਤ ਕੱਟਣੀ ਪਏਗੀ, ਇਹਦਾ ਹੁਣ ਦੂਜਾ ਇਲਾਜ ਹੀ ਕੋਈ ਨਹੀਂ ਹੈ। ਕਹਿੰਦੀ ਹੁਣ ਮੈਂ ਕੀ ਕਰਾਂ, ਕਿੱਥੇ ਜਾਵਾਂ? ਹੁਣ ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਵੀ ਤੁਸੀਂ ਇੱਕ ਡਾਕਟਰ ਹੋਰ ਹੈ, ਉਹਦਾ ਨਾਮ ਨਹੀਂ ਸੁਣਿਆ? ਇੱਕ ਡਾਕਟਰ ਹੋਰ ਹੈ, ਉਹਦਾ ਨਾਮ ਨਹੀਂ ਸੁਣਿਆ? ਉਹ ਕਹਿੰਦੇ ਵੀ ਮੈਂ ਤੇ ਇਲਾਕੇ ਦੇ ਸਾਰੇ ਡਾਕਟਰਾਂ ਨੂੰ ਮਿਲ ਆਈ ਹਾਂ, ਮੈਂ ਕਿਹਨੂੰ ਸੁਣਾ, ਮੈਂ ਤਾਂ ਸਾਰਿਆਂ ਨੂੰ ਜਾਣਦੀ ਹਾਂ। ਉਹ ਕਹਿੰਦੇ ਨਹੀਂ, ਤੁਸੀਂ ਇੱਕ ਡਾਕਟਰ ਨੂੰ ਨਹੀਂ ਜਾਣਦੇ। ਹੁਣ ਮਾਣ ਕਰਿਓ ਸਿੱਖਾ, ਥੋੜਾ ਧਿਆਨ ਦਿਓ, ਇਕਾਗਰਤਾ ਬਣਾਓ। ਹੁਣ ਮਾਣ ਕਰੋ ਸਿੱਖੀ ਦੇ ਉੱਪਰ। ਕਿੱਥੇ ਤੁਹਾਨੂੰ ਗੁਰੂ ਨਾਨਕ ਦੇ ਘਰ ਨੇ ਕਿੱਡੀ ਸਾਡੀ ਸੁਰਤ ਉੱਚੀ ਚੁੱਕ ਦਿੱਤੀ, ਕਿੱਡੀ ਸੋਚ ਉੱਚੀ ਚੁੱਕੀ, ਕਿੰਨਾ ਮਾਣ, ਕਿੰਨਾ ਭਰੋਸਾ, ਕਿੰਨਾ ਵਿਸ਼ਵਾਸ ਦੁਨੀਆ ਦੇ ਮਨਾਂ 'ਚ ਪੈਦਾ ਕੀਤਾ। ਉਸ ਗੁਰਸਿੱਖ ਨੇ ਕਿਹਾ, ਕਹਿੰਦੇ ਭੈਣੇ ਤੂੰ ਇੱਕ ਡਾਕਟਰ ਨਹੀਂ ਵੇਖਿਆ, ਇਲਾਕੇ ਦਾ ਸਭ ਤੋਂ ਵੱਡਾ ਡਾਕਟਰ ਤੇ ਉਹੀ ਹੈ। ਉਹ ਫੇਰ ਪੁੱਛੀ ਜਾਵੇ, ਕਹਿੰਦੀ ਦੇਖੋ ਵੀਰੋ ਤੁਸੀਂ ਕਹਾਣੀਆਂ ਨਾ ਪਾਓ। ਉਹ ਹਿੰਦੀ ਬੋਲਦੇ ਸਨ, ਮੈਂ ਤਾਂ ਖੈਰ ਪੰਜਾਬੀ 'ਚ, ਉਹ ਹਿੰਦੀ ਬੋਲਦੇ ਸਨ। ਉਹ ਕਹਿੰਦੀ ਵੀ ਤੁਸੀਂ ਕਹਾਣੀ ਨਾ ਪਾਓ, ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ, ਜੇ ਕੋਈ ਹੈ ਮੈਨੂੰ ਦੱਸੋ, ਮੈਂ ਤੇ ਮਰਨ ਦੇ ਕਿਨਾਰੇ ਪਹੁੰਚ ਰਹੀ ਹਾਂ। ਉਹ ਕਹਿੰਦੇ ਫਿਰ ਉਹ ਡਾਕਟਰ ਪਤਾ ਕਿਹੜਾ ਹੈ? ਉਹ ਡਾਕਟਰ ਹੈ ਭੈਣੇ ਆਪਣੇ ਇਲਾਕੇ ਦੇ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਤੇ ਉਹਨਾਂ ਦਾ ਹੌਸਪੀਟਲ ਹੈ ਗੁਰਦੁਆਰਾ ਪੰਜੋਖਰਾ ਸਾਹਿਬ। ਆਖੋ ਸਤਨਾਮ। ਜਦੋਂ ਇਹ ਗੱਲ ਕਹੀ ਉਹ ਬੜੀ ਹੈਰਾਨ ਹੋਈ। ਉਹ ਕਹਿਣ ਲੱਗੀ ਵੀ ਮੈਂ ਤੇ ਇਹਦੇ ਬਾਰੇ ਕਦੇ ਸੁਣਿਆ ਨਹੀਂ। ਦੇਖੋ ਹਿੰਦੂ ਪਰਿਵਾਰ ਹੈ, ਉਹ ਚਲੋ ਪਤਾ ਆਪੋ ਆਪਣੇ ਧਰਮ ਬਾਰੇ ਜਾਣਦੇ ਹਾਂ, ਦੂਜੇ ਬਾਰੇ ਆਪਾਂ ਨੂੰ ਕਈ ਵਾਰੀ ਨਹੀਂ ਬਹੁਤਾ ਗਿਆਨ ਹੁੰਦਾ। ਉਹ ਕਹਿੰਦੇ ਵੀ ਦੇਖੋ ਮੈਂ ਨਹੀਂ ਜੀ ਕਦੇ ਸੁਣਿਆ। ਕਹਿੰਦੇ ਇਸ ਤਰ੍ਹਾਂ ਕਰੋ, ਜੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਘਬਰਾਓ ਨਾ, ਇਸ ਘਰ ਵਿੱਚੋਂ ਜਵਾਬ ਨਹੀਂ ਮਿਲਦਾ, ਤੁਸੀਂ ਉੱਥੇ ਜਾਓ, ਤੁਸੀਂ ਉੱਥੇ ਜਾਓ। ਮੇਰਾ ਵਿਸ਼ਵਾਸ ਕਹਿੰਦਾ ਭੈਣੇ ਤੂੰ ਜਾ, ਅਰਦਾਸ ਕਰਾ, ਕੜਾ ਪ੍ਰਸ਼ਾਦੀ ਦੇ ਕਰਾ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀ। ਲੋੜ ਪਈ ਤੇ ਹਰਕ੍ਰਿਸ਼ਨ ਮਹਾਰਾਜ ਉਹ ਤੇ ਗੂੰਗੇ ਬੋਲਣ ਲਾ ਦਿੰਦੇ ਨੇ, ਤੇਰਾ ਰੋਗ ਤੇ ਉਹਨਾਂ ਸਾਹਮਣੇ ਚੀਜ਼ ਹੀ ਕੀ ਹੈ। ਉਹ ਧਰਤੀ ਜਿੱਥੇ ਗੂੰਗੇ ਗੁਰੂ ਸਾਹਿਬ ਨੇ ਬੁਲਾ ਦਿੱਤੇ, ਲਾਲ ਚੰਦ ਤੇ ਛੱਜੂ ਚੀਵਰ ਦੀ ਘਟਨਾ। ਉਹ ਕਹਿੰਦੀ ਵੀ ਮੈਨੂੰ ਪਤਾ ਤਾਂ ਨਹੀਂ ਸੀ। ਉਹਨਾਂ ਨੇ ਕਿਹਾ ਚਲੋ, ਮੈਂ ਕਿਹਾ ਜਾ ਆਉਂਦੀ ਹਾਂ ਵੀ ਟਰਾਈ ਕਰ ਲੈਂਦੇ ਇੱਕ ਵਾਰ, ਬਾਕੀ ਵੀ ਤਾਂ ਸਾਰੇ ਪਾਸੇ ਗਏ ਆ। ਉਹ ਕਹਿੰਦੀ ਮੈਂ ਆਪਣੇ ਬੇਟੇ ਨੂੰ ਲਿਆ, ਅਸੀਂ ਕਿਸੇ ਤੋਂ ਮੋਟਰਸਾਈਕਲ ਮੰਗਿਆ ਕਿਉਂਕਿ ਆਪਣੇ ਕੋਲ ਸਾਧਨ ਨਹੀਂ ਸੀ, ਗਰੀਬੀ ਸੀ। ਕਹਿੰਦੇ ਮੋਟਰਸਾਈਕਲ ਮੰਗਿਆ, ਅਸੀਂ ਤੁਰ ਪਏ, ਰਸਤੇ 'ਚ ਪੈਟਰੋਲ ਮੁੱਕ ਗਿਆ, ਜੇਬ ਵਿੱਚ ਪੈਸੇ ਵੀ ਕੋਈ ਨਾ, ਪੈਟਰੋਲ ਮੁੱਕ ਗਿਆ, ਰੋੜੀ ਲਈ ਜਾਂਦੇ ਸਾਂ, ਮੇਰੇ ਦਰਦ ਬਹੁਤ ਹੋ ਰਿਹਾ ਸੀ। ਫਿਰ ਸਾਨੂੰ ਕੋਈ ਰੱਬੀ ਪਿਆਰਾ ਗੁਰੂ ਦਾ ਪਿਆਰਾ ਮਿਲਿਆ, ਉਹਨੂੰ ਦੱਸਿਆ, ਉਹਨੇ ਪਹਿਲਾਂ ਸਾਡੇ ਮੋਟਰਸਾਈਕਲ 'ਚ ਤੇਲ ਪਵਾਇਆ, ਸਾਨੂੰ 4 ਰੁਪਈਏ ਦਿੱਤੇ, ਸਾਨੂੰ ਪੰਜੋਖਰਾ ਸਾਹਿਬ ਛੱਡ ਕੇ ਆਏ। ਪੰਜੋਖਰਾ ਸਾਹਿਬ ਛੱਡਿਆ, ਅਸੀਂ ਅਰਥੇ ਗਏ, ਗਿਆਨੀ ਜੀ ਨੂੰ ਮਿਲੇ, ਅਰਦਾਸ ਬੇਨਤੀ ਕੀਤੀ, ਦੇਗ ਕਰਵਾਈ, ਉੱਥੇ ਬੈਠੇ। ਕਹਿੰਦੀ ਜਦੋਂ ਬੈਠੇ ਨਾ, ਮੈਂ ਉੱਥੇ ਅੱਖਾਂ ਮੀਚ ਕੇ ਬੈਠ ਗਈ ਤੇ ਮੈਨੂੰ ਰੋਣ ਆ ਗਿਆ। ਰੋਣ ਆ ਗਿਆ, ਸੁਭਾਵਿਕ ਆ ਹੀ ਜਾਂਦਾ ਬੰਦੇ ਨੂੰ ਆਪਣੇ ਦੁੱਖ ਜਦੋਂ ਦਿਖਦੇ ਨੇ। ਕਹਿੰਦੀ ਬੜਾ ਰੋਣਾ ਆਇਆ, ਮਨ ਵਿਰਾਗ ਨਾਲ ਭਰ ਗਿਆ ਵੀ ਮਨਾ ਹੁਣ ਕੀ ਕਰੀਏ, ਕਿੱਥੇ ਜਾਏਂਗੀ, ਜੇ ਇਸ ਘਰ 'ਚੋਂ ਵੀ ਤੇਰੀ ਬਾਂਹ ਨਾ ਫੜੀ ਫਿਰ ਤੇ ਕਹਾਣੀ ਖਤਮ ਹੈ। ਕਹਿੰਦੇ ਬਾਬਾ ਜੀ ਆਏ, ਉਹ ਕਹਿੰਦੇ ਵੀ ਭਾਈ ਭੈਣੇ ਕੀ ਗੱਲ ਹੋ ਗਈ? ਉਹ ਕਹਿੰਦੀ ਵੀ ਇਸ ਤਰ੍ਹਾਂ ਸਮੱਸਿਆ ਹੈ। ਉਹ ਕਹਿੰਦੇ ਘਬਰਾ ਨਾ, ਤੂੰ ਬਿਲਕੁਲ ਸਹੀ ਜਗ੍ਹਾ ਤੇ ਆ ਗਈ ਹੈ, ਹੁਣ ਤੇਰਾ ਇਲਾਜ ਹੋ ਜਾਏਗਾ, ਤੁਸੀਂ ਘਬਰਾਓ ਨਾ। ਉਹ ਸ਼ਹਿਰ ਗੁਰੂ ਕੇ ਵਜ਼ੀਰ ਨੇ ਆਪਣੇ ਤੌਰ ਤੇ ਹੌਸਲਾ ਦਿੱਤਾ। ਉਹ ਕਹਿੰਦੀ ਕੰਮ ਕਰਿਆ ਕਰੋ, ਘਰ ਜਾ ਕੇ ਨਾ ਤੁਸੀਂ ਰੋਜ਼ ਇੱਕ ਨੇਮ ਬਣਾ ਲਓ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ। ਉਹ ਕਹਿੰਦੀ ਵੀ ਮੈਨੂੰ ਤੇ ਪੰਜਾਬੀ ਵੀ ਨਹੀਂ ਆਉਂਦੀ। ਉਹ ਕਹਿੰਦੇ ਕੋਈ ਨਹੀਂ, ਅਸੀਂ ਤੁਹਾਨੂੰ ਹਿੰਦੀ ਦਾ ਗੁਟਕਾ ਦੇ ਦਿੰਦੇ ਹਾਂ। ਉਹਨਾਂ ਨੇ ਹਿੰਦੀ ਦਾ ਗੁਟਕਾ ਦੇ ਦਿੱਤਾ ਜੀ। ਉਹ ਕਹਿੰਦੀ ਘਰ ਆ ਕੇ ਮੇਰਾ ਦਿਲ ਕੀਤਾ ਵੀ ਮੈਂ ਸਵੇਰ ਨਹੀਂ ਡਿੱਕਣੀ, ਸਵੇਰ ਤੇ ਹਲੇ ਕਦੋਂ ਆਉਣੀ ਆ। ਕਹਿੰਦੀ ਮੈਂ ਸ਼ਾਮ ਦਾ ਵੇਲਾ ਸੀ, ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਕਈ ਵਾਰੀ ਅਸੀਂ ਇੱਕ ਹੋਰ ਬੇਨਤੀ ਕਰਦੇ ਹਾਂ, ਆਪਾਂ ਕਹਿੰਦੇ ਹਾਂ ਜੀ ਇਹ ਬਾਣੀ ਕਦੋਂ ਪੜ੍ਹਨੀ ਹੈ। ਕੁਝ ਕਹਿੰਦੇ ਜੀ ਜਪਜੀ ਸਾਹਿਬ ਦਾ ਸ਼ਾਮ ਨਹੀਂ ਪੜ੍ਹਨਾ ਚਾਹੀਦਾ, ਸੋਦਰ ਸਵੇਰੇ ਨਹੀਂ ਪੜ੍ਹਨੀ ਚਾਹੀਦੀ, ਆਹ ਬਾਣੀ ਰਾਤ ਨਹੀਂ ਪੜ੍ਹਨੀ ਚਾਹੀਦੀ। ਪਿਆਰਿਓ ਬਾਣੀ ਪੜ੍ਹਨ ਦਾ ਕੋਈ ਟਾਈਮ ਨਹੀਂ, ਟਾਈਮ ਵੱਡਾ ਨਹੀਂ ਹੈ, ਬਾਣੀ ਵੱਡੀ ਹੈ। ਜਿਸ ਟਾਈਮ ਵੀ ਬਾਣੀ ਪੜ੍ਹੋਗੇ, ਦੁਨੀਆ ਲਈ ਸਮਾਂ ਕੈਸਾ ਵੀ ਹੋਵੇ, ਬਾਣੀ ਉਸ ਸਮੇਂ ਨੂੰ ਬਦਲ ਕੇ ਤੁਹਾਡੇ ਲਈ ਸੋਨੇ ਵਰਗਾ ਖਰਾ ਬਣਾ ਦੇਗੀ। ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤੀ ਹੋਏ। ਜਦੋਂ ਮਰਜੀ ਜਿਹੜੀ ਮਰਜੀ ਬਾਣੀ ਪੜ੍ਹੋ। ਅਖੰਡ ਪਾਠ ਸਾਹਿਬ ਰੱਖਦੇ ਹੋ ਨਾ, ਸੋਦਰ ਦਾ ਪਾਠ ਕਦੋਂ ਆਉਂਦਾ? ਸਵੇਰੇ ਹੀ ਆ ਜਾਂਦਾ, ਅੱਧੇ ਘੰਟੇ ਬਾਅਦ 9:30 ਵਜੇ। ਇਸ ਚੱਕਰ 'ਚ ਨਹੀਂ ਪੈਣਾ। ਹਾਂ, ਇੱਕ ਨੇਮ ਸਾਨੂੰ ਜ਼ਰੂਰ ਦਿੱਤਾ ਵੀ 5 ਬਾਣੀਆਂ ਦਾ ਜਾਪ ਘੱਟੋ ਘੱਟ ਸਵੇਰੇ ਇੰਨੇ ਕੁ ਸਾਜਰੇ ਕਰ ਲਓ ਵੀ ਦਿਨ ਵਿੱਚ ਹੋ ਸਕਦਾ ਸਮਾਂ ਨਾ ਲੱਗੇ। ਉਹ ਕਹਿੰਦੀ ਮੈਂ ਸ਼ਾਮੀ ਪਾਠ ਕੀਤਾ, ਰਾਤੀ ਫੇਰ ਪਾਠ ਕੀਤਾ, ਮਸਾਂ ਮੈਨੂੰ ਥੋੜ੍ਹੀ ਜਿਹੀ ਨੀਂਦ ਪਈ, 2 ਵਜੇ ਅੱਖ ਖੁੱਲੀ, ਕਹਿੰਦੀ ਮੈਂ ਫੇਰ ਗੁਟਕਾ ਚੱਕ ਲਿਆ। ਉਹ ਕਹਿੰਦੀ ਮੈਨੂੰ ਬਾਣੀ ਪੜ੍ਹ ਕੇ ਇੰਨਾ ਕੁ ਆਨੰਦ ਆਇਆ, ਇੰਨਾ ਆਨੰਦ ਆਇਆ, ਕਦੇ ਇੱਕ ਵਾਰ ਸੁਰਤ ਇੰਨੀ ਜੁੜ ਗਈ ਭਾਈ ਸਾਹਿਬ, ਮੈਨੂੰ ਇਹ ਲੱਗਿਆ ਵੀ ਮੈਨੂੰ ਕੋਈ ਦੁੱਖ ਰੋਗ ਤਕਲੀਫ ਹੈ ਹੀ ਨਹੀਂ। ਕਹਿੰਦੀ ਫਿਰ ਮੈਂ ਉਸ ਦਿਨ ਤੋਂ ਨੇਮ ਬਣਾਇਆ। ਹੁਣ ਉਹਨਾਂ ਦਾ ਨੇਮ ਕੀ ਹੈ? ਦੇਖੋ ਆਨੰਦ ਸਾਹਿਬ 'ਚ ਅਸੀਂ ਪੜ੍ਹਦੇ ਹਾਂ, ਕੀ ਪੜ੍ਹਦੇ ਹਾਂ? ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਤੁਸੀਂ ਸੱਚ ਦੀ ਬਾਣੀ ਨੂੰ ਸੁਣੋਗੇ, ਬਾਣੀ ਨਾਲ ਜੁੜੋਗੇ, ਦੁਨੀਆ ਦਾ ਕਿਹੜਾ ਦੁੱਖ ਰੋਗ ਹੈ ਜਿਹੜਾ ਗੁਰੂ ਦੀ ਬਾਣੀ ਹੁੰਦਿਆਂ ਵੀ ਰਹਿ ਜਾਏ।
ਕਹਿੰਦੇ ਉਹ ਫਿਰ ਉਹ ਦਿਨ ਗਿਆ ਜੀ। ਉਹ ਕਹਿੰਦੇ ਹੁਣ ਮੇਰਾ ਨੇਮ ਪਤਾ ਕੀ ਹੈ, 2:30 ਵਜੇ ਉੱਠਣਾ ਹੈ, 3 ਵਜੇ ਤਿਆਰ ਹੋ ਕੇ ਪਹਿਲਾਂ 5 ਬਾਣੀਆਂ ਦਾ ਜਾਪ, ਫਿਰ ਸੁਖਮਨੀ ਸਾਹਿਬ, ਕਹਿੰਦੀ ਮਨ ਕਰੇ ਫਿਰ ਸੁਖਮਨੀ ਸਾਹਿਬ, ਕਹਿੰਦੀ 1 ਮਹੀਨਾ ਮੈਂ 3 ਪਾਠ ਇੱਕੋ ਵਾਰ ਸੁਖਮਨੀ ਸਾਹਿਬ ਦੇ, 5 ਪਾਠ ਜਪਜੀ ਸਾਹਿਬ ਦੇ, 5 ਪਾਠ ਚੌਪਈ ਸਾਹਿਬ ਦੇ, ਮੂਲ ਮੰਤਰ ਗੁਰ ਮੰਤਰ ਦਾ ਜਾਪ। ਪਤਾ ਹੀ ਨਹੀਂ 9-10 ਕਦੋਂ ਵੱਜ ਜਾਂਦੇ ਸਨ, ਮੈਨੂੰ ਨਹੀਂ ਪਤਾ ਲੱਗਾ। ਕਹਿੰਦੀ ਮੇਰਾ ਤਾਂ ਧਿਆਨ ਹੀ ਨਹੀਂ ਕਿ ਮੈਨੂੰ ਰੋਗ ਹੈ। ਮਹੀਨੇ ਕੁ ਬਾਅਦ ਮੈਂ ਸੋਚਿਆ ਵੀ ਮੈਂ ਡਾਕਟਰ ਨੂੰ ਚੈੱਕਅਪ ਤੇ ਕਰਾ ਕੇ ਵੇਖਾਂ ਵੀ ਕਿਤੇ ਰੋਗ ਵੱਧ ਹੀ ਨਾ ਜਾਵੇ ਵੀ, ਹਾਲਾਂਕਿ ਕਹਿੰਦੀ ਮੈਨੂੰ ਅਹਿਸਾਸ ਨਹੀਂ ਹੋਇਆ। ਕਹਿੰਦੀ ਮਹੀਨਾ 1.5 ਮਹੀਨਾ ਬੀਤਿਆ, ਅਸੀਂ ਡਾਕਟਰ ਕੋਲ ਗਏ, ਡਾਕਟਰ ਨੇ ਚੈੱਕਅਪ ਕੀਤਾ। ਉਹ ਡਾਕਟਰ ਬੜਾ ਹੈਰਾਨ ਹੋਇਆ, ਕਹਿੰਦਾ ਬहन जी एक बात बताओ, आपने कौन सी मेडिसिन ली है, आपने कौन सी दवाई ली है, भाभी ਇਹ ਤੁਸੀਂ ਦਵਾਈ ਕਿੱਥੋਂ ਲਈ, ਕਿਹੜੀ ਦਵਾਈ ਲਈ ਹੈ, ਕਿਹੜੇ ਡਾਕਟਰ ਨੂੰ ਮਿਲੇ? ਉਹ ਕਹਿੰਦੇ ਵੀ ਮੈਂ ਤੇ 1.5 ਮਹੀਨੇ ਤੋਂ ਤੁਹਾਡੀ ਦਵਾਈ ਵੀ ਨਹੀਂ ਖਾਧੀ, ਮੈਂ ਹੋਰ ਕਿਸੇ ਡਾਕਟਰ ਕੋਲ ਕੀ ਜਾਣਾ। ਕਹਿੰਦੇ ਨਹੀਂ, ਆਪਨੇ ਤੁਸੀਂ ਕੋਈ ਹੋਰ ਬਹੁਤ ਵਧੀਆ ਦਵਾਈ ਲਈ ਹੈ। ਉਹ ਕਹਿੰਦੀ ਕਾਰਨ ਦੱਸ, ਗੱਲ ਕੀ ਬਣੀ ਹੈ? ਕਹਿੰਦੇ ਮੈਂ ਇਹ ਵੇਖ ਕੇ ਹੈਰਾਨ ਆ ਵੀ ਜਿਸ ਸਮੇਂ ਤੁਸੀਂ ਪਿਛਲੀ ਵਾਰ ਆਏ ਸੀ ਉਦੋਂ ਤੁਹਾਡਾ ਰੋਗ ਵੱਧ ਰਿਹਾ ਸੀ, ਤੇ ਅੱਜ ਮੈਂ ਰਿਪੋਰਟਾਂ ਦੇਖ ਕੇ ਹੈਰਾਨ ਆ ਤੁਹਾਡਾ ਰੋਗ ਪਹਿਲਾਂ ਨਾਲੋਂ 50% ਘਟ ਗਿਆ ਹੈ। ਤੁਹਾਡਾ ਰੋਗ ਘਟ ਗਿਆ ਤੇ ਮੈਂ ਹੈਰਾਨ ਆ, ਇਹ ਘਟਣ ਵਾਲਾ ਹੈ ਹੀ ਨਹੀਂ। ਅਸੀਂ ਤੇ ਤੁਹਾਡੀ ਲੱਤ ਕੱਟਣੀ ਸੀ, ਇਹ ਕੀ ਖੇਡ ਵਰਤੀ ਹੈ? ਉਹ ਕਹਿੰਦੀ ਯਕਦਮ ਮੇਰਾ ਸੁਰਤ ਘੁੰਮੀ, ਇੱਕਦਮ ਮੇਰੇ ਅੰਦਰ ਪਤਾ ਨਹੀਂ ਕੀ ਖੇਡ ਵਰਤੀ, ਮੇਰੀ ਸੁਰਤ ਚਲੀ ਗਈ ਵੀ ਹੱਦ ਹੋ ਗਈ। ਇਹ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਖੇਡ ਵਰਤ ਗਈ ਹੈ। ਇਹ ਤੇ ਮੇਰੇ ਪੰਜੋਖਰਾ ਸਾਹਿਬ ਵਾਲੇ ਬਾਬਾ ਜੀ ਨੇ ਕਿਰਪਾ ਕੀਤੀ ਹੈ। ਕਹਿੰਦੀ ਇੱਕਦਮ ਮੇਰੇ ਅੰਦਰ ਵਿਰਾਗ ਫੁੱਟਿਆ ਵੀ ਵਾਹ ਬਾਬਾ ਤੂੰ ਇੰਨੇ ਨੇੜੇ ਹੋ ਕੇ ਮੇਰੀ ਸੁਣ ਲਈ, ਮੇਰੀ ਗਰੀਬਾਂ ਦੀ ਪੁਕਾਰ ਕੌਣ ਸੁਣਦਾ ਜੀ? ਸਿਆਣੇ ਕਹਿੰਦੇ ਨੇ ਦੁੱਖਾਂ ਵਿੱਚੋਂ ਦੁੱਖ ਹੈ ਵੱਡਾ, ਜਿਸ ਦਾ ਨਾਮ ਗਰੀਬੀ, ਔਖੇ ਵੇਲੇ ਛੱਡ ਜਾਂਦੇ ਸਭ ਜਿਹੜੇ ਹੁੰਦੇ ਬਹੁਤ ਕਰੀਬੀ। ਜਿਨ੍ਹਾਂ ਨੂੰ ਕਹਿੰਦੇ ਬੜੇ ਕਰੀਬੀ, ਔਖੇ ਵੇਲੇ ਸਾਰੇ ਛੱਡ ਜਾਂਦੇ ਨੇ। ਕਹਿੰਦੀ ਵਾਹ ਬਾਬਾ ਤੂੰ ਤੇ ਦੁੱਖਾਂ ਵਿੱਚ ਸਾਡੀ ਬਾਂਹ ਫੜੀ, ਸਾਨੂੰ ਨਿਆਸਰਿਆਂ ਨੂੰ ਆਸਰਾ ਕਰ ਦਿੱਤਾ। ਕਹਿੰਦੀ ਮੈਨੂੰ ਹੌਸਲਾ ਹੋ ਗਿਆ। ਮੈਂ ਕਿਹਾ ਡਾਕਟਰ ਸਾਹਿਬ ਹੁਣ ਘਰ ਜਾਣ ਦਿਓ, ਅਗਲੀ ਵਾਰ ਜਦੋਂ ਮੈਂ ਮਿਲਾਂਗੀ ਤੁਸੀਂ ਇਹਦੀ ਗੱਲ ਛੱਡੋ, ਮੇਰਾ ਸਾਰਾ ਹੀ ਰੋਗ ਠੀਕ ਹੋਏਗਾ। ਔਰ ਸੱਚੀ ਬਾਤ ਹੈ, ਮੈਂ ਨੇੜੇ ਰੱਖਾਂ ਬੇਨਤੀ ਨੂੰ। 4 ਕੁ ਮਹੀਨੇ ਪਹਿਲਾਂ ਮੈਂ ਭੈਣ ਜੀ ਨੂੰ ਫਿਰ ਮਿਲਿਆ, ਉਹਨਾਂ ਨੇ ਫੋਨ ਕੀਤਾ ਸੀ, ਅੰਬਾਲੇ ਗਏ, ਪੰਜੋਖਰਾ ਸਾਹਿਬ ਆ ਗਏ ਤੇ ਉਹ ਤੁਰੇ ਫਿਰਨ, ਮੈਂ ਹੈਰਾਨ, ਉਹ ਤੁਰੇ ਫਿਰਨ। ਮੈਂ ਕਿਹਾ ਭੈਣ ਜੀ ਕੀ ਖੇਡ ਵਰਤੀ? ਕਹਿੰਦੀ ਭਾਈ ਸਾਹਿਬ ਪਤਾ ਨਹੀਂ ਕਿਆ ਖੇਡ ਵਰਤ ਗਈ। ਕਹਿੰਦੀ ਅਬ ਤੋਂ ਮੇਰਾ ਸਾਰਾ ਹੀ ਰੋਗ ਠੀਕ ਹੋ ਗਿਆ, छोटा जा जख्म पैर पर रह गया, मैं तुर भी सकती हूँ, खा पी भी सकती हूँ, कोई रोग भी नहीं, कोई दुख भी नहीं। और कमाल की गल मैं उस दिन हैरान रह गया, जो मैं उन्हों का उस दिन स्वरूप वेख्या, उन्होंने उस दिन की मुलाकात तो 1 महीना पहला पंजोखरा साहब खंडे बाटे की पौल लई, अमृत छक के गुरु की सिंघणी भी सज गए सन। किमें ये देखो ना, किसी ने कोई कथा नहीं की, किसी ने कीर्तन नहीं, किसी ने लैक्चर नहीं। गुरु की किरपा कदों किसनों किमें बदलता है, ये वर्णन ते बयान तो बाहर ही होंदी है। किरपा बारे असी कित्थों शब्द लैके आईए, किहड़ी कथा करिए, किहड़े लैक्चर करिए। पर मैं बेनती ये की, तुसी रखिया दुख निवारण कैंप, ठीक है, दवा दारू अपनी जगह है, वो असी उपचार करते हाँ, पर किते ना किते जाके डॉक्टर भी जवाब दे ही जाते हैं ना। मैं एक होर बेनती करदे हाँ, कई बार सानू डॉक्टरों पर बहुत भरोसा होंदा है, तुहाडे चों हो सकता कोई डॉक्टर रूहां भी बैठियां होण, सत्कारयोग साडे जनरल सकत्तर साहब भी पहुंचे ने, इन्हां ने भी तुहाडे दर्शन करने ने। डॉक्टर किसी टाइम असीं कहंदे सन दूसरा रब, अज की कहा जाता है? दूसरा नहीं कहंदे, पहला रब। वैसे तो जमदूत भी कह देंगे पर आपां नहीं, क्यों कहते पहला रब, क्यों कहते इन्हें बचा लिया ठीक है, दूजा तो बाद की गल है ना, हुण तो इहदे वास्ते साडी जान, ये बचा ले ते रख ले। एक परिवार मैनू PGI मिलिया जी थोड़े दिन पहला, गुरसिख परिवार से, जलंधरों आए, बाहर रहिंदे सन। वो कहंदे जी माता नूं रोग लग गया, साह दे विच प्रॉब्लम हो गई। जलंधर दे विच कोई क्रिश्चन हॉस्पिटल है, बेनती तुसीं समझ लिओ, मैं इशारा ही देना केवल। 1.5 महीना कहते साड़ी माँ नूं उन्होंने पा के रखा, पता नहीं किहड़े किहड़े टैसट कर ले, किहड़ियां किहड़ियां पाइपां नालियां, किहड़ी किहड़ी मैडिसिन, 40-40 हज़ार का इंजैक्शन ला दिता। 1.5 महीने 7.5 लाख का बिल फड़ा के सानू कहते जी साडे कोल ते इन्ना ही इलाज सी, अगे असीं इलाज नहीं कर सकते, तुसीं PGI ले जाओ। वो कहते असीं बड़े हैरान भी हद हो गई, जे इन्नी गल सी तुसीं सानू पहले दिन ही दस दे, 2 दिन बाद 10 दिन बाद दस दे, क्योंकि उन्होंने पता सी भी पार्टी बाहरों आई है। PGI आए, वो कहते भाई साहब असीं हैरान रह गए, वो कहते थोड़ी माता नूं निक्की जी ते प्रॉब्लम है, 2 दिन च ठीक हो जानी है, इन्हां दे कफ जम्मी है, वो हीट नाल असीं सैट कर देनी है। कहते भाई साहब डॉक्टर आ कुछ करन लगे तो बंदा कित्थे जावे।
मैं क्या संसार के डॉक्टर ने कुछ करना है, पर इको डॉक्टर इको वैद है, वह है शब्द गुरु बाणी गुरु। ये वैद गुरु बाणी गुरु कदी किसी नाल धोखा नहीं दिंदा, कदी किसी दे गलत संसार विच जो चलता है कोई टैसट कोई गलत मैडिसिन कोई इंजैक्शन नहीं, इत्थे जो आएगा सच आएगा। गुरु ने इको दवा देनी है, वो है हर हर नाम दियो दारू तिन सगला रोग बिदारू। एक बार तू नाम की दवाई लै ला, तेरे सारी दुख रोग दूर हो जाएंगे। खंडे बाटे की पौल का समय मेरे ख्याल से जत्था आ रही है, जिस हिसाब नाल तुसीं तैयारी की है। 5-7 मिनट बाकी है जी, फिर समाप्ति कर दीए। एक होर घटना तुहानूं कह दियां, बाणी का प्रताप ते बाणी का प्रभाव जदों किसी ते पैंदा है, उहदा जीवन कित्थे तो कित्थे पहुँच जाता है। 1839 विच महाराजा रणजीत सिंह चढ़ाई कर गए। 1849 विच उन्हां दी चढ़ाई करन तो भी 10 साल बाद अंग्रेज़ां दा राज पंजाब दे विच पूर्ण रूप विच कायम हो गया। हुण अंग्रेज़ां ने की कीता, बड़ी सियाणी कौम है, दूर अंदेश ने, तां ही अज साडा पंजाब भी सारा उधर नूं तुरिया, क्योंकि पता भी साडे वाले तो सब कुछ बेच वट के खा गए। वो दूर अंदेश ने, खैर अपने घर नूं सारे सियाणे हुंदे ने। उन्हां ने एक मंथन किया, वो कहते असीं पूरे हिंदुस्तान नूं 100-150 साल दे विच गुलाम बना लिया। कारण की है भी पंजाब की धरती ते कब्जा करने वास्ते सानूं 70 साल तो भी उपर का समा लग गया। ये सिख किहड़ी मिट्टी दे बने ने, सिख लोग कौन ने, की ने, किवें ने, इन्हां च इन्नी स्पिरिट, इन्ना मादा, एडा सिदक, एडा जुझारूपन कित्थों आया। कहते इहदा खोज करो तो आपां इन्हां नूं इन्ने कु कमज़ोर कर दईए ताकि आउण वाले कई 100 साल तक साडे नाल टक्कर लैण जोगे ना रहण। हुण उन्होंने किया कि वो कहते इन्हां दे पहलां तां खोज करो भी इन्हां नूं इन्नी स्पिरिट, पावर, ताकत, शक्ति कित्थों मिलती है, इन्हां दी सोच इन्नी उच्ची क्यों है। उन्होंने एक अंग्रेज़ औरत बहुत पढ़ी लिखी एजुकेटेड सी, मिस मेरी, उहदी ड्यूटी लाई। की ड्यूटी लगी कि तू सिखां दे इतिहास नूं पढ़ना है, सिखां दी गुरबाणी नूं पढ़ना है, पढ़ के इनू समझ, फिर उस तो बाद तू इस तरीके नाल इहदी ट्रांसलेट कर, इनू इस तरीके नाल इहदे अर्थ कर। ये सारा कुछ बहुत सिंपल, बड़ा आम जिहा हो जाए। गुरबाणी के अर्थ भी इन्ने कुछ सादे जे करते भी इन्हां नूं लगे भी ना गुरबाणी च कोई खास गल है ना इतिहास, तो एवें ही है, लोग इनू छड्ड जाण। बड़ी दूर अंदेशी नाल उन्होंने काम करने वास्ते, और उस औरत की ड्यूटी लाई जिहड़ी बहुत पढ़ी लिखी, एजुकेटेड, ईमानदार है, जिहड़ी विकाऊ भी नहीं है। कला किवें वरतदी है गुरु दी। उस बीबी ने साडा इतिहास पढ़ना शुरू किया, उन्हें सारा इतिहास पढ़िया। मैं देखा तो सी भी सिख आखिर में इत्थे तक किवें पहुंचे, ये साडे अंग्रेज़ां नाल भी टकरा गए। उन्हें सारा इतिहास पढ़िया जी, गुरु नानक साहब तो शुरू कर लिया। मैकॉलिफ ने भी लिखा होया, अंग्रेज़ उन्हें भी लिखिया, कनिंगम ने भी लिखिया, बहुत सारे लोगों ने लिखिया। उन्हें गुरु नानक साहब का इतिहास पढ़िया, दूजे पातशाह, तीजे पातशाह, चौथे पातशाह, पंजवें पातशाह का इतिहास पढ़िया। तत्ती तवी का दृश्य उहदी अक्खां सामने आ गया। वो बड़ी हैरान हुई भी हद होगी, इन्हां दे गुरु वो आप भी तसीहे सह गए, तत्ती तवी ते बैठ के तत्ती रेत देखदा वाला सह के कमाल कर गया। 6वें 7वें 8वें पातशाह 9वें पातशाह की शहीदी पढ़ी, वो हैरान रह गई भी 9वें गुरु ते कुदरती सुभाविक तौर पर कल गुरु तेग बहादुर साहब जी का शहीदी पुरब भी आ रहा है। तो अज मैं बेनती करदे इशारे मातरी, अज 3 गुरु के सिखा पाई मती दास जी, सती दास जी ते दयाल दास जी का शहीदी पुरब है। उन्होंने महान गुरसिखां ते रूहां दे चरनां विच भी साडा कोटान कोट प्रणाम है। यतन करिया करो, अरदास करिए भी किते असीं थोड़ा जिहा भी उन्हां वर्गे बन सकीए। गुरु साहब की शहीदी पढ़ी, बड़ी विराग दे विच आ गई भी हद हो गई भी अपने ਲਈ, अपनी कौम ਲਈ, देश ਲਈ, परिवार ਲਈ तो दुनिया मरदी आई है, पर इन्हां दे गुरु ने कैसे पूरने पा दिते, वो गैर लोगों ਲਈ, गैर धर्मियों ਲਈ अपना आप कुर्बान कर दिता। 10वें पातशाह का इतिहास पढ़िया, साहिबजादियां दे साके आ गए, माछीवाड़े के जंगल आ गए, चमकौर गढ़ी सरहंद की दीवार विराग नाल भर गई। फिर उन्हें कुछ सिखां नाल मुलाकात की भी तुहाडे च एडा वड्डा तुहाडा कमाल का विरसा, कमाल का इतिहास कित्थों तुहानूं मिलदा है। वो कहंदे असीं गुरबाणी पढ़दे हां। साडी आत्मिक शक्ति का स्रोत गुरु ग्रंथ साहिब जी की बाणी का खजाना है। जिन्ना चिर सिख बाणी नाल जुड़दा है, दुनिया की कोई ताकत इनू कदे भी किसी रूप च मार नहीं सकती। और सच्ची बात है, शरीरक तौर पर मारिया जा सकता है, पर इखलाकी, आत्मिक ते जमीर नूं कदे भी कोई नहीं मार सकेगा।
ਜਿਹੜਾ ਸਿੱਖ ਬਾਣੀ ਨਾਲ ਜੁੜਿਆ ਹੋਵੇਗਾ ਉਹਨੇ ਬਾਣੀ ਪੜ੍ਹੀ, ਬਾਣੀ ਸਾਰੀ ਪੜ੍ਹਦੀ, ਜਪਜੀ ਸਾਹਿਬ ਤੋਂ ਸ਼ੁਰੂ ਹੋਈ, ਸੁਖਮਨੀ ਸਾਹਿਬ, ਆਸਾ ਕੀ ਵਾਰ, ਚਲਦੇ ਚਲਦੇ ਭੱਟਾਂ ਦੇ ਸਵਈਏ, ਨੌਵੇਂ ਪਾਤਸ਼ਾਹ ਦੇ ਸ਼ਲੋਕਾਂ ਤੇ ਆ ਗਈ। ਜਦੋਂ ਨੇ, ਕਿਉਂਕਿ ਉਹ ਅਰਥ ਵੀ ਪੜ੍ਹ ਰਹੀ ਸੀ ਨਾਲ, ਉਹਨੇ ਤਾਂ ਬਦਲਣਾ ਸੀ, ਉਹਦੀ ਡਿਊਟੀ ਲੱਗੀ ਸੀ, ਮੈਂ ਸਭ ਕੁਝ ਚੇਂਜ ਹੀ ਕਰਕੇ ਰੱਖ ਦੇਣਾ। ਜਦੋਂ ਨੇ ਨੌਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹੇ ਨਾ, ਉਹ ਆਪ ਵਿਰਾਗ ਵਿੱਚ ਭਰ ਗਈ, ਉਹਦੀਆਂ ਅੱਖਾਂ 'ਚ ਟਿਪ ਟਿਪ ਹੰਝੂ ਵਗ ਗਏ। ਤੇ ਨੌਵੇਂ ਪਾਤਸ਼ਾਹ ਦੀ ਬਾਣੀ ਬੜੀ ਵਿਰਾਗਮਈ ਹੈ। ਮੈਂ ਬੇਨਤੀ ਕਰਾਂ ਇਸ ਸ਼ਲੋਕ ਜ਼ਰੂਰ ਪੜ੍ਹਿਆ ਕਰੋ। ਮੈਂ ਰਾਤੀ ਲੁਧਿਆਣੇ ਸਾਂ, ਉੱਥੇ ਉਹਨਾਂ ਨੇ ਬੱਚਿਆਂ ਦਾ ਕੰਪੀਟੀਸ਼ਨ ਕਰਵਾਇਆ ਤੇ ਵੀਰ ਜੀ ਦਿਲਬਾਗ ਸਿੰਘ ਜੀ ਵੀ ਬੈਠੇ ਨੇ। ਵੀਰ ਜੀ ਤਕਰੀਬਨ 9 ਸਾਲ ਦੀ ਬੱਚੀ ਸੀ, 57 ਦੇ 57 ਸ਼ਲੋਕ ਉਹਨੂੰ ਜ਼ਬਾਨੀ ਕੰਠ ਸਨ। ਉਹ ਪ੍ਰਬੰਧਕਾਂ ਨੇ ਉਹਨੂੰ ਪਹਿਲਾ ਨਾਮ ਦਿੱਤਾ। 9 ਸਾਲ ਦੀ ਬੱਚੀ ਨੂੰ 57 ਸ਼ਲੋਕ ਪੂਰੇ ਹੀ ਕੰਠ ਸਨ। ਦੇਖੋ, ਜਿਸ ਦਿਨ ਮਾਤਾਵਾਂ ਭੈਣਾਂ ਤੁਸੀਂ ਬੱਚਿਆਂ ਨੂੰ ਕੁਝ ਦੇਣ ਤੇ ਆ ਗਏ ਨਾ, ਸਿਖਾਉਣ ਤੇ, ਮੈਂ ਕਹਿੰਦਾ ਸਾਡੀ ਕੌਮ ਨੂੰ ਕੋਈ ਝਾਕ ਕਿਵੇਂ ਜਾਏ ਕਹਿ ਰਹੀ ਅੱਖ ਨਾਲ। ਉਹਨੇ ਜਦੋਂ ਬਾਣੀ ਪੜ੍ਹੀ, ਉਹ ਵਿਰਾਗ ਦੇ ਵਿੱਚ ਬਹਿ ਗਈ। ਉਹਦੇ ਤੇ ਫਿਰ ਇੰਨਾ ਅਸਰ ਹੋਇਆ, ਉਹਨੇ ਹੁਣ ਇਤਿਹਾਸ ਵੀ ਪੜ੍ਹ ਲਿਆ, ਉਹਨੇ ਗੁਰਬਾਣੀ ਵੀ ਪੜ੍ਹੀ ਨਹੀਂ ਬਲਕਿ ਸਮਝ ਲਈ। ਉਹ ਹੁਣ ਜਿਹੜੀ ਕੌਮ ਨੂੰ ਬਦਲਣ ਆਈ ਸੀ, ਸਾਡਾ ਇਤਿਹਾਸ ਬਦਲਣ ਆਈ ਸੀ, ਸਾਡੇ ਵਿਰਸੇ ਨੂੰ, ਬਾਣੀ ਨੂੰ ਬਦਲਣ ਆਈ ਸੀ, ਉਹਨੂੰ ਪਤਾ ਲੱਗਾ ਵੀ ਨੇੜੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਉੱਥੇ ਪਹੁੰਚ ਗਈ, ਗੁਰੂ ਦਰਬਾਰ 'ਚ ਚਲੀ ਗਈ, 5 ਪਿਆਰਿਆਂ ਦੇ ਸਨਮੁਖ ਪੇਸ਼ ਹੋ ਗਈ, ਕਹਿਣ ਲੱਗੀ ਮੇਰੇ ਤੇ ਤਰਸ ਕਰੋ ਗੁਰੂ ਨਾਨਕ ਦੇ ਸਿੱਖੋ, ਮੈਨੂੰ ਪਤਾ ਹੈ 5 ਪਿਆਰੇ ਗੁਰੂ ਦਾ ਰੂਪ ਹੁੰਦੇ ਨੇ, ਤੇ ਮੈਂ ਅੱਜ ਆਪਣੇ ਗੁਰੂ ਅੱਗੇ ਬੇਨਤੀ ਕਰਦੀ ਹਾਂ, ਮੈਨੂੰ ਵੀ ਖੰਡੇ ਬਾਟੇ ਦੀ ਪੌਲ ਛਕਾਓ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੱਚੀ ਬਣਾ ਦਿਓ। ਔਰ ਉਹਨੇ ਉਸੇ ਵੇਲੇ ਉਹਨੂੰ ਅੰਮ੍ਰਿਤ ਛਕਾਇਆ ਗਿਆ। ਜਿਹੜੀ ਸਿੱਖਾਂ ਨੂੰ, ਕੌਮ ਨੂੰ, ਵਿਰਸੇ ਨੂੰ ਬਦਲਣ ਆਈ, ਉਹਦਾ ਆਪਣਾ ਜੀਵਨ ਬਦਲ ਗਿਆ। ਉਹ ਅੰਗਰੇਜ਼ ਤੋਂ ਗੁਰੂ ਨਾਨਕ ਦੀ ਸਿੱਖਣੀ ਬਣ ਗਈ। ਬਾਣੀ ਦੇ ਵਿੱਚ ਕੀ ਹੈ? ਸੱਚ ਸਾਹਿਬਾ ਕਿਆ ਨਾਹੀਂ ਕਰ ਤੇਰਾ, ਉਹ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੀਨ ਸੁ ਪਾਵੇ। ਦਾਤੇ ਦੇ ਘਰ ਵਿੱਚ ਸਭ ਕੁਝ ਹੈ। ਸਾਨੂੰ ਭਟਕਣ ਦੀ ਲੋੜ ਨਹੀਂ, ਕੇਵਲ ਟਿਕਣ ਦੀ ਲੋੜ ਹੈ। ਭਟਕਾਉਣ ਵਾਸਤੇ ਦੁਨੀਆ 'ਚ ਬਹੁਤ ਕੁਝ ਹੈ ਜੀ, ਟਿਕਾਉਣ ਵਾਲਾ ਤੇ ਕੇਵਲ ਸ਼ਬਦ ਹੈ, ਕੇਵਲ ਬਾਣੀ ਹੈ। ਬਾਣੀ ਨਾਲ ਜੁੜੋਗੇ, ਸ਼ਬਦ ਗੁਰੂ ਦੀ ਟੇਕ ਲਓਗੇ, ਦਾਤਾ ਤੁਹਾਡਾ ਲੋਕ ਹੀ ਨਹੀਂ ਪਰਲੋਕ ਵੀ ਸਵਾਰ ਦੇਗਾ। ਅਗਰ ਬਾਣੀ ਛੱਡ ਕੇ, ਸਿੱਖ ਗੁਰੂ ਨੂੰ ਛੱਡ ਕੇ ਥਾਂ ਥਾਂ ਤੇ ਭਟਕੇਗਾ, ਫਿਰ ਖੇਡ ਸਾਡੀ ਬਾਂਹ ਫੜਨੀ ਕਿਸੇ ਨੇ ਕੋਈ ਨਹੀਂ। 5 ਪਿਆਰੇ ਗੁਰੂ ਖਾਲਸਾ ਰੂਪ ਪਹੁੰਚ ਚੁੱਕੇ ਨੇ। ਆਓ ਇੱਕ ਵਾਰ ਜਕਾਰੇ ਦੇ ਰੂਪ 'ਚ ਇਹਨਾਂ ਦਾ ਸਵਾਗਤ ਕਰੀਏ। ਬੋਲੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਆਪਦੀ ਸੀਟਾਂ ਤੇ ਬੈਠ ਜਾਓ ਜੀ। ਸੰਗਤ ਦੇ ਚਰਨਾਂ ਵਿੱਚ ਪੰਡਾਲ 'ਚ ਬੈਠਣ ਦੀ ਕਿਰਪਾਲਤਾ ਕਰੋ। ਪੰਡਾਲ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਖੜੇ ਨਹੀਂ ਹੋਣਾ ਜੀ। ਲਾਓ ਜੀ ਜਕਾਰੇ, ਮਾਤਾਵਾਂ ਭੈਣਾਂ ਨੂੰ ਬੇਨਤੀ ਆ, ਖੜੇ ਨਹੀਂ ਹੋਣਾ ਜੀ। ਸਤਿ ਸ੍ਰੀ ਅਕਾਲ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਬੈਠਣ ਦੀ ਕਿਰਪਾਲਤਾ ਕਰੋ। ਸਤਿ ਸ੍ਰੀ ਅਕਾਲ। ਸੰਗਤ ਦੇ ਚਰਨਾਂ ਵਿੱਚ ਬਾਕੀ ਸੰਗਤ ਬੈਠਣ ਦੀ ਕਿਰਪਾਲਤਾ ਕਰੋ, ਬੈਠਣ ਦੀ ਕਿਰਪਾਲਤਾ ਕਰੋ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ ਉਹਨਾਂ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਜਿਹੜੇ ਅੱਜ ਗੁਰੂ ਕੇ ਜਹਾਜ਼ੇ ਚੜ੍ਹੇ ਨੇ। ਬਹੁਤ ਵੱਡੇ ਭਾਗ ਨੇ, ਗੁਰੂ ਵਾਲੇ ਬਣੇ ਹਾਂ। ਆਓ ਇੱਕ ਧਾਰਨਾ ਕਹਿ ਕੇ ਫਿਰ ਸਮਾਪਤੀ ਕਰਦੀ ਹੈ। ਬੇਨਤੀ ਹੈ ਜੀ ਫਿਰ ਥੋੜਾ ਨੇੜੇ ਹੋ ਜਾਓ, ਪਿੱਛੇ ਸੰਗਤ ਕਾਫੀ ਆ ਗਈ ਹੈ। ਆਪਾਂ ਤਕਰੀਬਨ ਦੀਵਾਨ ਦੀ ਸਮਾਪਤੀ ਦੇ ਨੇੜੇ ਆ। ਥੋੜਾ ਅੱਗੇ ਆ ਜਿਓ ਸਾਰੀ ਸੰਗਤ ਨੂੰ। ਆਓ ਇੱਕ ਵਾਰ ਗੁਰੂ ਕੇ ਪਿਆਰ ਵਿੱਚ ਇੱਕ ਧਾਰਨਾ ਪੜ੍ਹੀਏ। ਸਾਰੇ ਕਰੋ ਕਿਰਪਾ। ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ, ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ, ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ, ਗੁਰ ਵਡ ਭਾਗੀ ਪਾਇਆ। ਸਾਰੇ ਕਰੋ ਕਿਰਪਾ। ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੇ
बताया, भूले मार्ग जिने बताया। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਪਿੱਛੋਂ ਵੀ ਆਵਾਜ਼ ਸਾਰੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਗੁਰੂ ਪਿਆਰੇ, ਧੰਨ ਗੁਰੂ ਪਿਆਰੇ, ਧੰਨ ਗੁਰੂ ਪਿਆਰੇ, ਧੰਨ ਗੁਰੂ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡ ਭਾਗੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ। ਬਹੁਤ ਖੁਸ਼ੀ ਦੀ ਗੱਲ ਹੈ ਸਾਧ ਸੰਗਤ, ਤੁਹਾਡੀ ਮਿਹਨਤ ਨੂੰ, ਤੁਹਾਡੇ ਉਪਰਾਲੇ ਨੂੰ ਬੂਰ ਪਿਆ। 25 ਪ੍ਰਾਣੀ ਅੱਜ ਗੁਰੂ ਕੇ ਜਹਾਜ਼ੇ ਚੜੇ ਨੇ, ਬਣੇ ਨੇ 25 ਪ੍ਰਾਣੀ ਗੁਰੂ ਕੇ ਲੜ ਲੱਗਿਆ ਹੈ। 29 ਸੌਰੀ, ਸਤਿ ਸ੍ਰੀ ਅਕਾਲ। ਖਿਮਾ ਕਰਿਓ, 29 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ ਨੇ। ਮਹਾਰਾਜ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ, ਗੁਰਮਤਿ ਗੁਰਸਿੱਖੀ, ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਣ। ਇਹ ਗੁਰੂ ਨਾਨਕ ਦੇ ਘਰ ਦੀ ਫੁਲਵਾੜੀ ਦੀ ਮਹਿਕ ਸਾਰੇ ਸੰਸਾਰ ਦੇ ਵਿੱਚ ਬਹਿ ਕੇ, ਕਿਸੇ ਨੇ ਸੱਚ ਕਿਹਾ ਵੀ ਦੇਖੋ ਇਹ ਤੋਂ ਡਰਨ ਦੀ ਲੋੜ ਨਹੀਂ, ਬਲਕਿ ਜੋ ਖੰਡੇ ਬਾਟੇ ਦੀ ਪੌਲ ਛਕ ਲੈਂਦਾ ਨਾ, ਫਿਰ ਦੁਨੀਆ ਉਹਦੇ ਤੋਂ ਡਰਦੀ ਹੈ। 5 ਘੁੱਟ ਪੀ ਕੇ ਤੇਰੇ ਪ੍ਰੇਮ ਵਾਲੇ ਬਾਟੇ ਵਿੱਚੋਂ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਇੱਕ ਮੁੱਠ ਛੋਲਿਆਂ ਦੀ ਲੈ ਕੇ ਤੇਰੇ ਲੰਗਰਾਂ ਚੋਂ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ। ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ, ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਜੇ ਕਿਤੇ ਲੋੜ ਪੈ ਜੇ ਨਿਸ਼ਾਨੇ ਅਜਮਾਵਣੇ ਦੀ, ਹੱਸ ਹੱਸ ਛਾਤੀ ਮੂਰੇ ਡਾਵੇ ਤੇਰਾ ਖਾਲਸਾ। ਇਹ ਉਹ ਖਾਲਸਾ ਹੈ। ਆਪਾਂ ਉਸ ਖਾਲਸੇ ਦੇ ਰੂਪ ਦੇ ਵਿੱਚ ਬੈਠੇ ਹਾਂ। 5 ਪਿਆਰੇ ਖਾਲਸਾ ਰੂਪ, ਗੁਰੂ ਰੂਪ ਸਟੇਜ ਤੇ ਸੱਜ ਚੁੱਕੇ ਨੇ। ਤੇ ਮੇਰੀ ਬੇਨਤੀ ਹੈ ਵੀ ਅਗਲਾ ਪ੍ਰੋਗਰਾਮ ਸਮਾਂ ਹੋ ਚੁੱਕਿਆ ਜੀ। ਅਗਲਾ ਪ੍ਰੋਗਰਾਮ ਸਟੇਜ ਸੈਕਟਰੀ ਸਾਹਿਬ ਤੋਂ ਸਰਵਣ ਕਰੋ। ਬਹੁਤ ਸਾਰੇ ਪਤਵੰਤੇ ਸੱਜਣ, ਸ਼੍ਰੋਮਣੀ ਕਮੇਟੀ ਦੇ ਵਿੱਚ ਨਵੇਂ ਜਨਰਲ ਸਕੱਤਰ ਦੀ ਸੇਵਾ ਪ੍ਰਾਪਤ ਹੋਈ ਹੈ। ਆਪ ਜੀ ਦੇ ਇਲਾਕੇ ਚੋਂ ਮਾਣਮੱਤੀ ਸ਼ਖਸੀਅਤ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਦਿਲਬਾਗ ਸਿੰਘ ਵਿਰਕਵੀਰ ਜੀ, ਸਾਰੀ ਟੀਮ ਸਮੇਤ ਹਮੇਸ਼ਾ ਤਤਪਰ ਰਹਿੰਦੇ ਨੇ ਗੁਰਮਤਿ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ। ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ। ਗੁਰੂ ਸਾਹਿਬ ਆਪ ਸਾਰੀਆਂ ਦੀਆਂ ਭਾਵਨਾਵਾਂ ਫਲੀਭੂਤ ਕਰਨ। ਗੁਰੂ ਦਰ ਤੇ ਆ ਕੇ ਇੱਕੋ ਚੀਜ਼ ਮੰਗਿਆ ਕਰੋ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਏ। ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਜਿਨ੍ਹਾਂ ਨੇ ਇੱਥੋਂ ਦੇ ਦਰਸ਼ਨ ਕਰਵਾਏ। ਫਿਰ ਕਦੀ ਸਮਾਂ ਬਣਿਆ ਇਸੇ ਤਰ੍ਹਾਂ ਆਪ ਸੰਗਤਾਂ ਨਾਲ ਦਰਸ਼ਨ ਕਰਕੇ ਰੂਬਰੂ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਭੁੱਲਾਂ ਦੀ ਖਿਮਾ ਜੀ ਮਿਲ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ